ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ, ਨਾਨਕ ਜਿਨ ਕਲ ਰਾਖੀ ਮੇਰੀ। ਯਾਹੀ ਕੁਲ ਤੇ ਪ੍ਰਗਟ ਹੋਇ, ਤਾਹੀ ਕੁਲ ਕੋ ਨਾਮ। ਪੁਨ ਦੁਆਦਸ ਗੋਰਿੰਦ ਕੋ, ਮੇਰੀ ਹੈ ਪ੍ਰਣਾਮ। ਸਤਿਗੁਰੂ ਮਹਾਰਾਜ ਜੀ ਦੇ ਪਰਮ ਪਵਿੱਤਰ ਚਰਨ ਕਮਲਾਂ ਵਿੱਚ ਉਪਸਥਿਤ ਸਤਸੰਗੀ ਜਨੋ, ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੇ ਪਵਿੱਤਰ ਨਾਮ ਦੇ ਨਾਲ ਜੁੜੇ ਹੋਏ ਹੋ। ਆਓ ਉਸ ਸ਼ਹਿਨਸ਼ਾਹ ਦੀ ਮੂਰਤ ਨੂੰ ਦਿਲ ਵਿੱਚ ਵਸਾ ਕੇ ਉਹਨੂੰ ਧੰਨ ਕਹੀਏ, ਕਿਉਂਕਿ ਬੜਾ ਵੱਡਾ ਉਸ ਦਾ ਸਾਡੇ ਸਿਰ ਦੇ ਉੱਤੇ ਕਰਜ਼ ਹੈ ਜੋ ਉਸਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ। ਇੱਕ ਵਾਰ ਫਿਰ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਹਾਜ਼ਰਾ ਹਜ਼ੂਰ ਸਤਿਗੁਰੂ ਜੀ ਨੂੰ ਯਾਦ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸੱਚੇ ਪਾਤਸ਼ਾਹ। ਸਾਧ ਸੰਗਤ ਜੀਓ, ਆਪ ਜੀ ਇਸ ਲੜੀਵਾਰ ਗੁਰ ਇਤਿਹਾਸ ਨੂੰ ਸ਼ਰਵਣ ਕਰਦੇ ਆ ਰਹੇ ਹੋ। ਜੋ ਕਿਰਪਾ ਸਾਡੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ, ਕੋਈ ਸ਼ਬਦ ਨਹੀਂ ਹੈ ਜਿਸ ਦੇ ਨਾਲ ਉਸ ਨੂੰ ਐਕਸਪਲੇਨ ਕੀਤਾ ਜਾਵੇ। ਇਸ ਜ਼ੁਬਾਨ ਦੇ ਵਿੱਚ ਇੰਨੀ ਤਾਕਤ ਨਹੀਂ, ਇੱਥੇ ਤੱਕ ਕਿ ਕੋਈ ਸ਼ਬਦ ਬਣਿਆ ਹੀ ਨਹੀਂ, ਕਿਸੇ ਦੀ ਜ਼ੁਬਾਨ 'ਚ ਤਾਕਤ ਹੈ ਹੀ ਨਹੀਂ ਜੋ ਉਸ ਨੂੰ ਧੰਨ ਕਹਿ ਸਕੇ ਜਾਂ ਉਹਦੇ ਗੁਣਾਂ ਨੂੰ ਕਿਸੇ ਵੀ ਤਰੀਕੇ ਨਾਲ ਬਿਆਨ ਕਰ ਸਕੇ। ਗੁਰਬਾਣੀ ਪੜ੍ਹਦਿਆਂ ਇੱਕ ਤੁਕ ਸਾਹਮਣੇ ਆਈ, ਜਿਹਨੂੰ ਪੜ੍ਹਦੇ ਸਾਰ ਸਤਿਗੁਰਾਂ ਦੀ ਯਾਦ ਆਈ ਕਿ ਵਾਕਈ ਸਤਿਗੁਰੂ ਤੇਰੇ ਗੁਣਾਂ ਦਾ ਕੋਈ ਪਾਰਾਵਾਰ ਨਹੀਂ। ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ, ਕੌਣ ਜਾਣੈ ਗੁਣ ਤੇਰੇ। ਕਹੀ ਨਾ ਜਾਨੀ ਔਗਣ ਮੇਰੇ, ਕੌਣ ਜਾਣੈ ਗੁਣ ਤੇਰੇ। ਗੁਰੂ ਗਰੀਬ ਨਵਾਜ ਪਾਤਸ਼ਾਹ, ਮੇਰੇ ਔਗਣ ਇੰਨੇ ਨੇ ਕਿ ਮੈਂ ਕਹਿ ਨਹੀਂ ਸਕਦਾ, ਪਰ ਤੇਰੇ ਗੁਣ ਇਤਨੇ ਜ਼ਿਆਦਾ ਨੇ ਕਿ ਉਹਨਾਂ ਨੂੰ ਬਿਆਨ ਕਰਨ ਵਾਸਤੇ ਸੱਚੇ ਪਾਤਸ਼ਾਹ ਜ਼ੁਬਾਨ ਹੀ ਥੋੜ੍ਹੀ ਪੈ ਗਈ। ਔਗਣਾਂ ਨੂੰ ਕਿਉਂ ਨਹੀਂ ਕਹਿ ਸਕਦਾ, ਕਿਉਂਕਿ ਲਾਜ ਆਉਂਦੀ ਹੈ ਕਿ ਇੰਨੇ ਔਗਣ ਕਿਹਨੂੰ ਵਿਖਾਵਾਂਗੇ, ਕਿਵੇਂ ਬਿਆਨ ਕਰਾਂ। ਤੇ ਤੇਰੇ ਗੁਣ ਇਸ ਕਰਕੇ ਨਹੀਂ ਕਹੇ ਜਾ ਸਕਦੇ ਕਿਉਂਕਿ ਸੱਚੇ ਪਾਤਸ਼ਾਹ ਗੁਣ ਬਹੁਤੇ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਤਾ। ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ
ਸਤਿਗੁਰੂ ਪਾਤਸ਼ਾਹ ਬਹੁਤ ਵੱਡੇ ਗੁਣਾਂ ਵਾਲਿਆ, ਬਖਸ਼ਿਸ਼ ਕਿਰਪਾ ਕਰ। ਸੋ ਆਓ ਉਸ ਲੜੀ ਦੇ ਨਾਲ ਬਿਰਤੀ ਨੂੰ ਜੋੜੀਏ। ਜਿਵੇਂ ਆਪਾਂ ਗੱਲ ਕਰਦੇ ਹਾਂ ਪਹਿਲਾਂ ਦਮਦਮਾ ਭਾਵ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ ਸੀ, ਪੰਥ ਖਾਲਸੇ ਵਾਸਤੇ ਰਚੀ ਹੋਈ ਉਹਨਾਂ ਦੀ ਖੇਡ। ਮਾਛੀਵਾੜਾ ਸਾਹਿਬ ਤੋਂ ਸਤਿਗੁਰੂ ਪਾਤਸ਼ਾਹ ਜੀ ਦਮਦਮਾ ਸਾਹਿਬ ਪਹੁੰਚ ਜਾਂਦੇ ਨੇ। ਸਾਧ ਸੰਗਤ ਜੀਓ, 199 ਕਿਲੋਮੀਟਰ ਦਾ ਸਫ਼ਰ ਹੈ, 189 ਕਿਲੋਮੀਟਰਸ। ਵੇਖੋ ਕਿ ਪੰਥ ਖਾਲਸੇ ਨੂੰ ਸੁੱਖ ਦੇਣ ਵਾਸਤੇ ਗੁਰੂ ਕਿਸ ਤਰ੍ਹਾਂ ਕਿੱਥੇ ਕਿੱਥੇ ਪਹੁੰਚਦੇ ਪਏ ਨੇ। ਆਓ ਇੱਕ ਵਾਰ ਵਾਪਸ ਆਪਾਂ ਉਸ ਕੱਚੀ ਗੜੀ ਵੱਲ ਚੱਲਦੇ ਹਾਂ। ਜਿਸ ਵਕਤ ਗੁਰੂ ਸਾਹਿਬ ਉੱਥੋਂ ਨਿਕਲੇ ਸਨ ਤੇ ਨਾਲ ਹੀ ਉਹਨਾਂ ਦਾ ਬੜਾ ਪਿਆਰਾ ਸਿੱਖ ਭਾਈ ਸੰਗਤ ਸਿੰਘ ਜੀ, ਜਿਨ੍ਹਾਂ ਦਾ ਚਿਹਰਾ ਹੂਬਹੂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਹੈ। ਹੁਣ ਸਤਿਗੁਰੂ ਨੇ ਜਦੋਂ ਜਾਣਾ ਸੀ, ਆਪਣਾ ਬਾਣਾ ਕਲਗੀ ਸਾਰਾ ਕੁਝ ਭਾਈ ਸੰਗਤ ਜੀ ਨੂੰ ਪਹਿਨਾ ਦਿੱਤਾ ਤੇ ਬਚਨ ਕੀਤਾ, ਜਿਉਂਦੇ ਜੀ ਦੁਸ਼ਮਣ ਦੇ ਹੱਥ ਨਹੀਂ ਆਉਣਾ। ਤੇ ਆਪ ਗੁਰੂ ਜੀ ਚਲੇ ਗਏ ਸਨ। ਹੁਣ ਉਹ ਪਿੱਛੇ ਦੀ ਜੋ ਹਿਸਟਰੀ ਹੈ, ਉਸ ਤੋਂ ਬਾਅਦ ਰਾਤ ਨੂੰ ਹੀ ਦੁਸ਼ਮਣਾਂ ਨੇ ਹਮਲਾ ਕੀਤਾ, ਸਾਰੇ ਸਿੱਖ ਸ਼ਹੀਦੀ ਪ੍ਰਾਪਤ ਕਰ ਗਏ। ਗੁਰੂ ਕਾ ਉਹ ਸਿੱਖ, ਕਿਉਂਕਿ ਸੀਸ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਗੀ ਸੀ, ਸਰੀਰ ਦੇ ਉੱਤੇ ਬਸਤਰ ਸੀ ਉਸ ਸ਼ਹਿਨਸ਼ਾਹ ਦੇ। ਪਤਾ ਨਹੀਂ ਕਿੱਥੋਂ ਇੰਨਾ ਜ਼ੋਰ ਆ ਗਿਆ, ਇੰਨਾ ਬਲ ਆਇਆ, ਬਹੁਤ ਵੱਡਾ ਯੁੱਧ ਹੋਇਆ। ਅਖੀਰ ਉਹ ਗੁਰੂ ਕਾ ਪਿਆਰਾ ਗੁਰੂ ਸਾਹਿਬ ਦੇ ਵਿੱਚ ਸਮਾ ਗਿਆ, ਭਾਵ ਇਸ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਦੁਸ਼ਮਣ ਬੜਾ ਖੁਸ਼ ਹੋਇਆ ਕਿ ਗੁਰੂ ਗੋਬਿੰਦ ਸਿੰਘ ਲੱਗਦਾ ਹੈ ਹੁਣ ਜਿਉਂਦੇ ਨਹੀਂ ਰਹੇ। ਜਸ਼ਨ ਮਨਾਏ ਗਏ। ਰਾਤ ਸਾਰੇ ਫਟਾਫਟ ਭੱਜ ਭੱਜ ਕੇ ਆਉਣ ਕਿ ਵੇਖੀਏ ਓਏ ਉਹ ਸੀਸ ਤਾਂ ਇੱਕ ਵਾਰ ਵੇਖੀਏ ਜਿਹੜਾ ਔਰੰਗਜ਼ੇਬ ਦੇ ਅੱਗੇ ਨਹੀਂ ਝੁਕਿਆ। ਹਰੇਕ ਦੇ ਅੰਦਰ ਚਾਹ ਹੈ ਕਿ ਮੈਂ ਵੀ ਵੇਖ ਕੇ ਆਵਾਂ ਕਿ ਹੈ ਕੌਣ ਹੈ, ਉਹਦਾ ਚਿਹਰਾ ਕਿਵੇਂ ਜਿਹਾ ਆਇਆ ਜਿਹੜਾ ਮੌਕੇ ਦੀ ਸਰਕਾਰ ਤੋਂ ਹੀ ਨਹੀਂ ਡਰਿਆ, ਕੁਝ ਕੁ ਸਿੱਖ ਲੈ ਕੇ ਲੜ ਪਿਆ। ਜਿਨ੍ਹਾਂ ਲੋਕਾਂ ਨੇ ਕਿਤੇ ਵੇਖਿਆ ਹੋਏਗਾ, ਦਰਸ਼ਨ ਦੀਦਾਰ ਕੀਤੇ ਹੋਣਗੇ, ਉਹਨਾਂ ਨੇ ਦੱਸਿਆ ਵੀ ਇਹ ਗੁਰੂ ਗੋਬਿੰਦ ਸਿੰਘ ਨਹੀਂ, ਉਹਨਾਂ ਦਾ ਸਿੱਖ ਹੈ। ਫਿਰ ਉਹ ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਸੋ ਇਸ ਤਰ੍ਹਾਂ ਇੱਧਰ ਤੇ ਸਿੱਖਾਂ ਦੀ ਹੋਈ ਸ਼ਹੀਦੀ। ਹੁਣ ਆਪਾਂ ਚਲਦੇ ਹਾਂ ਉਸ ਪਾਸੇ ਜਿੱਥੇ ਕਿ ਮਾਤਾ ਗੁਜਰੀ ਜੀ ਆਵਾਨਕੋਟ ਨਗਰ ਦੇ ਕੋਲ, ਜਿੱਥੇ ਕਿ ਸਰਸਾ ਨਦੀ ਦੇ ਕਿਨਾਰੇ ਤੇ ਇੱਕ ਪਾਸੇ ਸਤਲੁਜ ਦੇ ਵਿੱਚ ਇਹ ਨਦੀ ਮਿਕਸ ਹੋ ਜਾਂਦੀ ਹੈ। ਰਾਤ ਉਸ ਕਰੀਮ ਬਖਸ਼ ਦੀ ਝੋਪੜੀ ਕੁਟੀਆ ਦੇ ਵਿੱਚ ਮਾਤਾ ਜੀ ਤੇ ਇਹਨਾਂ ਬੱਚਿਆਂ ਨੇ ਕੱਟੀ ਸੀ। ਇਸ ਤੋਂ ਅੱਗੇ ਕੀ ਹੋਇਆ, ਰਾਤ ਬੀਤੀ, ਉਹ ਗੁਰੂ ਕਾ ਪਿਆਰਾ ਜੋ ਮਲਾਹ ਹੈ, ਰਾਤੀ ਸਾਰੀ ਰਾਤ ਸੋਚਦਾ ਰਿਹਾ ਸਤਿਗੁਰੂ ਜੀ ਦੇ ਵਾਸਤੇ ਕਿ ਜਗਤ ਨੂੰ ਸੁੱਖ ਦੇਣ ਵਾਸਤੇ ਕੀ ਖੇਡ ਰਚੇ ਨੇ ਸਤਿਗੁਰੂ ਤੋਂ। ਤਾਂ ਹੀ ਤਾਂ ਕਿਹਾ ਕੌਣ ਜਾਣੇ ਗੁਣ ਤੇਰੇ, ਹੇ ਮੇਰੇ ਸਾਹਿਬ ਤੇਰੇ ਗੁਣਾਂ ਨੂੰ ਕੋਈ ਨਹੀਂ ਜਾਣ ਸਕਦਾ। ਅਗਲੀ ਸਵੇਰ ਹੋਈ, 8 ਪੋਹ 22 ਦਸੰਬਰ ਦਾ ਦਿਨ ਚੜ੍ਹਿਆ। ਰਾਤ ਨੂੰ ਜੋ ਉਹ ਪੰਡਿਤਾਣੀ ਸੀ ਬੀਬੀ ਲక్ష్ਮੀ ਜਿਹਨੇ ਪ੍ਰਸ਼ਾਦਾ ਭੇਜਿਆ ਸੀ, ਉਹ ਸਵੇਰੇ ਆਈ, ਪ੍ਰਸ਼ਾਦਾ ਤਿਆਰ ਕਰਕੇ ਲਿਆਈ, ਨਾਲ ਗਰਮ ਬਸਤਰ ਲਿਆਈ। ਆ ਕੇ ਝੋਪੜੀ ਦੇ ਵਿੱਚ ਜਦੋਂ ਦੋਨੇ ਲਾਲਾਂ ਦਾ ਚਿਹਰਾ ਤੱਕਿਆ, ਮਾਤਾ ਜੀ ਦਾ ਚਿਹਰਾ ਵੇਖਿਆ, ਇੱਕ ਵੱਖਰੀ ਉੱਥੇ ਲੋ ਸੀ, ਇੱਕ ਵੱਖਰਾ ਹੀ ਜਲਾਲ ਸੀ। ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਨਾਲੇ ਤੇ ਦਰਸ਼ਨ ਕਰਕੇ ਧੰਨ ਹੋਈ ਤੇ ਨਾਲੇ ਅੰਦਰੋਂ ਦੁੱਖ ਨਿਕਲਿਆ, ਅੱਖਾਂ 'ਚੋਂ ਹੰਝੂ ਵਹਿ ਤੁਰੇ ਕਿ ਕਿੰਨੀਆਂ ਮਾਸੂਮ ਜਿੰਦਾਂ ਨੇ, ਕਿੰਨੇ ਹੀ ਮਾਸੂਮ ਚਿਹਰੇ ਨੇ, ਅੱਜ ਇੰਨੇ ਦੁੱਖ ਝੱਲਣੇ ਪੈ ਗਏ। ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਾਇਆ। ਉਸ ਕਰੀਮ ਬਖਸ਼ ਨੇ ਵੀ ਪ੍ਰਸ਼ਾਦਾ ਛਕਿਆ। ਫਿਰ ਜਿਹੜਾ ਗਰਮ ਬਸਤਰ ਲਿਆਈ ਸੀ ਇਹ ਮਾਈ ਲక్ష్ਮੀ,
ਇਹਨੇ ਮਾਤਾ ਜੀ ਦੇ ਚਰਨਾਂ 'ਚ ਭੇਟ ਧਰ ਕੇ ਕਿਹਾ, ਮਾਤਾ ਜੀ ਇਹ ਗਰੀਬਣੀ ਦੀ ਇੱਕ ਛੋਟੀ ਜੀ ਭੇਟ ਸਵੀਕਾਰ ਕਰੋ, ਕਿਰਪਾ ਕਰੋ। ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਬਖਸ਼ਿਸ਼ ਹੋਵੇ, ਜਿਸ ਵਕਤ ਜਿਹਨੂੰ ਗੁਰੂ ਇਹ ਕਾਰ ਬਖਸ਼ ਦੇਵੇ ਉਹੀ ਇਹ ਕੰਮ ਕਰ ਸਕਦਾ ਹੈ, ਉਹੀ ਸੇਵਾ ਕਰ ਸਕਦਾ ਹੈ। ਕਿਉਂਕਿ ਉਹ ਸਮਾਂ ਹੈ ਜਿਸ ਵਕਤ ਸਾਰੇ ਪਾਸੇ ਇਹ ਚੀਜ਼ ਅਨਾਉਂਸ ਕੀਤੀ ਜਾ ਰਹੀ ਸੀ ਕਿ ਜਿਹਨੇ ਵੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਰਹਿਣ ਨੂੰ ਜਗ੍ਹਾ ਦਿੱਤੀ, ਉਹਦਾ ਸਾਰਾ ਪਰਿਵਾਰ ਜਿਹੜਾ ਕੋਲੂ ਦੇ ਵਿੱਚ ਉਹਨੂੰ ਕੱਢਿਆ ਜਾਏਗਾ, ਕੋਲੂ ਵਿੱਚ ਪਾ ਕੇ ਬਿਲਕੁਲ ਉਸ ਨੂੰ ਕ੍ਰਸ਼ ਕਰ ਦਿੱਤਾ ਜਾਏਗਾ। ਸਾਧ ਸੰਗਤ ਜੀਓ, ਫਿਰ ਵੀ ਨਹੀਂ ਡਰਦੇ। ਗੁਰੂ ਕਾ ਜਿਨ੍ਹਾਂ ਨੂੰ ਪਿਆਰ ਹੈ ਉਹ ਫਿਰ ਵੀ ਮਾਤਾ ਜੀ ਦੇ ਬਹੁਤ ਕੰਮ ਆਏ। ਹੁਣ ਜਦੋਂ ਪ੍ਰਸ਼ਾਦਾ ਛਕਿਆ ਇਸ ਮਲਾਹ ਨੇ ਤੇ ਬਾਹਰ ਨੂੰ ਨਿਕਲਿਆ ਕਿ ਵੇਖ ਕੇ ਆਵਾਂ ਦੁਸ਼ਮਣ ਦੀ ਫੌਜਾਂ ਆ ਤਾਂ ਨਹੀਂ ਰਹੀਆਂ। ਆਸੇ ਪਾਸੇ ਵੇਖਦਾ ਪਿਆ। ਇਤਿਹਾਸਕਾਰ ਦੱਸਦੇ ਹਨ ਕਿ ਉਸ ਵਕਤ ਗੁਰੂ ਘਰ ਦਾ ਜੋ ਰਸੋਈਆ ਹੈ ਗੰਗੂ, ਇਹ ਵੀ ਬ੍ਰਾਹਮਣ ਸੀ। ਪਰ ਸਾਧ ਸੰਗਤ ਜੀਓ, कहत कबीर जो ब्रह्म विचारै सोई ब्राह्मण कहियत है हमारे। ਕਬੀਰ ਸਾਹਿਬ ਕਹਿੰਦੇ ਨੇ ਜਾਤ ਦੇ ਨਾਲ ਕੋਈ ਬ੍ਰਾਹਮਣ ਨਹੀਂ ਹੋ ਸਕਦਾ, ਪਹਿਰਾਵੇ ਦੇ ਨਾਲ ਕੋਈ ਆਪਣੇ ਆਪ ਨੂੰ ਕਵੇ ਕਿ ਉਹ ਰਿਲੀਜੀਅਸ ਹੈ, ਉਹ ਹੋ ਨਹੀਂ ਸਕਦਾ। ਬ੍ਰਾਹਮਣ ਉਹ ਹੈ ਜੋ ਬ੍ਰਹਮ ਨੂੰ ਜਾਣ ਲਵੇ, ਜੋ ਸਤਿਗੁਰੂ ਨੂੰ ਸਮਝ ਲਵੇ, ਉਹੀ ਬ੍ਰਾਹਮਣ ਹੈ। ਇਹ ਜਾਤ ਕਰਕੇ ਹੈ ਸੀ, ਪਰ ਉਹ ਗੱਲ ਨਾ ਬਣੀ। ਇਹਨੂੰ ਪਤਾ ਲੱਗਿਆ ਕਿ ਮਾਤਾ ਗੁਜਰੀ ਜੀ, ਦੋ ਸਾਹਿਬਜ਼ਾਦੇ ਇਸ ਪਾਸੇ ਨੂੰ ਆਏ ਨੇ। ਅਖੀਰ ਲੱਭਦਾ ਲਭਾਂਦਾ ਇਹਦੇ ਨਾਲ ਇੱਕ ਦੋ ਹੋਰ ਵੀ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਇਹਦੇ ਸਾਥੀ ਹੈਗੇ ਸਨ। ਇਹ ਇਕੱਠੇ ਲੱਭਦੇ ਪਏ ਸੀ। ਅੱਗੇ ਜਾ ਕੇ ਉਹ ਦੂਜੇ ਸਾਥੀਆਂ ਦਾ ਕੋਈ ਜ਼ਿਕਰ ਨਹੀਂ ਮਿਲਦਾ, ਕਿਤੇ ਵੀ ਕਿਸੇ ਕਵੀ ਨੇ ਮੈਂਸ਼ਨ ਨਹੀਂ ਕੀਤਾ ਉਹਨਾਂ ਦੇ ਬਾਰੇ। ਅਖੀਰ ਕਰੀਮ ਬਖਸ਼ ਮਲਾਹ ਤੇ ਇਹ ਗੰਗੂ ਇੱਕ ਜਗ੍ਹਾ ਤੇ ਮਿਲ ਜਾਂਦੇ ਨੇ। ਇਸ ਗੰਗੂ ਨੇ ਜਦੋਂ ਪੁੱਛਿਆ ਮਾਤਾ ਜੀ ਬਾਰੇ, ਬੱਚਿਆਂ ਬਾਰੇ, ਤੇ ਉਸ ਵਕਤ ਕਰੀਮ ਬਖਸ਼ ਕਹਿਣ ਲੱਗਾ, ਤੁਸੀਂ ਕਿਉਂ ਉਹਨਾਂ ਬਾਰੇ ਪੁੱਛਦੇ ਪਏ ਹੋ? ਮੈਨੂੰ ਵੀ ਕੁਛ ਦੱਸ ਦੇਵੋ, ਕੀ ਗੱਲ ਕੀ ਹੈ, ਮੈਟਰ ਕੀ ਹੈ? ਉਸ ਵਕਤ ਇਹ ਗੰਗੂ ਕਹਿਣ ਲੱਗਾ ਕਿ ਮੈਂ ਉਹਨਾਂ ਦਾ ਰਸੋਈਆ ਹਾਂ, ਗੁਰੂ ਘਰ ਦਾ ਮੈਂ ਸੇਵਾਦਾਰ ਹਾਂ। ਮੇਰਾ ਜੀਅ ਕਰਦਾ ਮੈਂ ਉਹਨਾਂ ਦੇ ਕੋਲ ਜਾਵਾਂ, ਉਹਨਾਂ ਨੂੰ ਮਿਲਾਂ। ਕਰੀਮ ਬਖਸ਼ ਨੇ ਜਦੋਂ ਇਸ ਦੀਆਂ ਗੱਲਾਂ ਸੁਣੀਆਂ, ਵਿਸ਼ਵਾਸ ਹੋ ਹੀ ਗਿਆ। ਤੇ ਉਸ ਵਕਤ ਕਵੀ ਸਾਹਿਬ ਲਿਖਦੇ ਹਨ, ਪਰ ਗੰਗੂ ਦੇ ਅੰਦਰ ਗੱਲ ਹੀ ਕੁਛ ਹੋਰ ਚੱਲਦੀ ਪਈ ਸੀ। ਏਕ ਲਾਲ ਜੋ ਮਿਲ ਹੈ ਜਾਈ, ਤੋ ਹਮਰੀ ਸਭ ਹੀ ਬਿਦ ਬਨ ਆਈ। ਗੰਗੂ ਦੇ ਅੰਦਰ ਕੀ ਚੱਲਦਾ ਪਿਆ ਸੀ? ਕਿਉਂਕਿ ਇਹਨੂੰ ਪਤਾ ਸੀ ਜਿੰਨਾ ਵੀ ਧਨ ਪਦਾਰਥ ਹੈ ਉਹ ਮਾਤਾ ਜੀ ਸੰਭਾਲਦੇ ਸਨ। ਇਹਨੇ ਸੋਚਿਆ ਕਿ ਕੀਮਤੀ ਕੋਈ ਹੀਰਾ ਡਾਇਮੰਡ ਮਿਲ ਜਾਏਗਾ ਤੇ ਗੱਲ ਬਣ ਜਾਏਗੀ। ਅਖੀਰ ਜਦੋਂ ਇਹ ਕਰੀਮ ਬਖਸ਼ ਇਸ ਨੂੰ, ਗੰਗੂ ਨੂੰ, ਮਾਤਾ ਜੀ ਦੇ ਕੋਲ ਉਸ ਕੁਟੀਆ ਵਿੱਚ ਲੈ ਆਇਆ, ਆ ਕੇ ਫਿਰ ਇਹ ਗੰਗੂ ਬੜੇ ਹੌਸਲੇ ਦਿੰਦਾ ਹੈ, ਮੱਥਾ ਟੇਕਿਆ ਤੇ ਕਹਿਣ ਲੱਗਾ, ਮਾਤਾ ਜੀ ਫਿਕਰ ਨਾ ਕਰੋ ਕਿਸੇ ਗੱਲੋਂ, ਮੈਂ ਤੁਹਾਡੇ ਨਾਲ ਹਾਂ। ਜੋ ਮਰਜ਼ੀ ਹੋ ਜਾਵੇ, ਆਪਣਾ ਆਪ ਮੇਰਾ ਮਿਟ ਜਾਵੇ, ਪਰ ਮੈਂ ਤੁਹਾਡੀ ਰੱਖਿਆ ਕਰਾਂਗਾ। ਬੜੀਆਂ ਮਿੱਠੀਆਂ ਪਿਆਰੀਆਂ ਗੱਲਾਂ ਕੀਤੀਆਂ। ਮਾਤਾ ਜੀ ਦੇ ਕੋਲ ਕੋਈ ਹੋਰ ਰਾਹ ਨਹੀਂ ਸੀ। ਸਾਧ ਸੰਗਤ ਜੀਓ, ਉਸ ਵਕਤ ਮਾਤਾ ਜੀ ਫਿਰ ਇਹਦੇ ਤੇ ਵਿਸ਼ਵਾਸ ਕਰ ਲੈਂਦੇ ਨੇ। ਬੜਾ ਹੀ ਖੁਸ਼ ਹੋਇਆ ਇਹ ਗੰਗੂ, ਕਿਉਂਕਿ ਇਹਨੂੰ ਨੇੜਤਾ ਮਿਲ ਜਾਂਦੀ ਹੈ। ਹੁਣ ਉਸ ਵਕਤ ਮਾਤਾ ਜੀ ਹੋਰੀ ਤੇ ਇਹ ਗੰਗੂ ਆਪਸ 'ਚ ਬੈਠੇ ਨੇ ਤੇ ਗੰਗੂ ਫਿਰ ਕਹਿੰਦਾ, ਮਾਤਾ ਜੀ ਹੁਣ ਤੁਸੀਂ ਮੇਰੇ ਨਾਲ ਚੱਲੋ, ਮੇਰੀ ਜ਼ਿੰਮੇਵਾਰੀ ਹੈ ਤੁਹਾਨੂੰ ਸੰਭਾਲਣਾ, ਤੁਹਾਡੀ ਪ੍ਰੋਟੈਕਸ਼ਨ ਮੇਰੀ ਜ਼ਿੰਮੇਵਾਰੀ ਹੈ। ਸਾਧ ਸੰਗਤ ਜੀਓ, ਉਸ ਤੋਂ ਬਾਅਦ ਜਦੋਂ ਮਾਤਾ ਜੀ ਉੱਥੋਂ ਤੁਰਨ ਲੱਗਦੇ ਨੇ, ਜੋ ਉਹ ਲక్ష్ਮੀ ਮਾਈ ਸੀ ਬ੍ਰਾਹਮਣੀ, ਇਹਨੂੰ ਮਾਤਾ ਜੀ ਨੇ
ਕਈ ਪਦਾਰਥ ਦਿੱਤੇ, ਨਾਲ ਦੀ ਨਾਲ 5 ਚੂੜੀਆਂ ਸੋਨੇ ਦੀਆਂ ਦਿੱਤੀਆਂ। ਇਹ ਕਰੀਮ ਬਖਸ਼ ਜੋ ਮਲਾਹ ਹੈ, ਇਹਨੂੰ ਇਤਿਹਾਸਕਾਰ ਲਿਖਦਾ ਹੈ ਕਿ 500 ਰੁਪਈਆ ਮਾਤਾ ਜੀ ਨੇ ਦਿੱਤਾ। ਬੜੀ ਵੱਡੀ ਕੀਮਤ ਸੀ ਉਸ ਵਕਤ ਇਹ ਚੀਜ਼ ਦੀ। ਸਾਧ ਸੰਗਤ ਜੀਓ, ਇਹ ਚੀਜ਼ਾਂ ਜਦੋਂ ਇਸ ਗੰਗੂ ਨੇ ਵੇਖੀਆਂ, ਮਨ ਬੇਈਮਾਨ ਹੋ ਗਿਆ ਕਿ ਵਾਕਈ ਬਹੁਤ ਜ਼ਿਆਦਾ ਮਾਇਆ ਹੈ ਮਾਤਾ ਜੀ ਦੇ ਕੋਲ, ਕਿਸੇ ਵੀ ਤਰੀਕੇ ਮਿਲ ਜਾਵੇ ਗੱਲ ਫਿਰ ਬਣਦੀ ਹੈ। ਵੱਡੇ ਵੱਡੇ ਰਾਜਨ ਅਰ ਭੂਮਨ ਤਾਕੀ ਤ੍ਰਿਸ਼ਨ ਨਾ ਬੁਝੀ, ਲਪਟ ਰਹੇ ਮਾਇਆ ਰੰਗ ਮਾਤੇ, ਜੀ ਲੋਚਨ ਕਛੂ ਨਾ ਸੁਝੀ। ਗੁਰੂ ਮਹਾਰਾਜ ਬਚਨ ਕਰਦੇ ਹਨ, ਵੱਡੇ ਵੱਡੇ ਰਾਜੇ ਮਹਾਰਾਜੇ ਜੋ ਦੁਨੀਆ ਦੇ ਵਿੱਚ ਜਾਣੇ ਜਾਂਦੇ ਸਨ, ਉਹਨਾਂ ਦੀ ਵੀ ਤ੍ਰਿਸ਼ਨਾ ਨਹੀਂ ਬੁਝੀ। ਮਾਇਆ ਦੇ ਵਿੱਚ ਇਸ ਤਰੀਕੇ ਦੇ ਨਾਲ ਗਲਤਾਨ ਹੋ ਗਏ ਕਿ ਆਪਣੀ ਅੱਖਾਂ ਦੇ ਨਾਲ ਇਹਨਾਂ ਨੂੰ ਸੱਚ ਨਾ ਵਿਖਿਆ, ਆਪਣੀ ਇਸ ਬੁੱਧੀ ਦੇ ਨਾਲ, ਮਾਈਂਡ ਦੇ ਨਾਲ ਚੰਗਾ ਸੋਚ ਨਾ ਸਕੇ। ਤੇ ਗੰਗੂ ਕੀ ਚੀਜ਼ ਸੀ? ਉਹ ਵੀ ਮਾਇਆ ਦੇ ਵਹਿਣ ਦੇ ਵਿੱਚ, ਮਾਇਆ ਦੇ ਫਲੋ ਵਿੱਚ ਰੁੜ ਗਿਆ। ਸਾਧ ਸੰਗਤ ਜੀਓ, ਇਹ ਜਿਹੜਾ ਕਰੀਮ ਬਖਸ਼ ਮਲਾਹ ਹੈ, ਆਵਾਨ ਕੋਟ ਤੋਂ ਅਗਲਾ ਜਿਹੜਾ ਕਿਨਾਰਾ ਹੈ ਚੱਕ ਢੇਰਾ, ਇਹ ਉੱਥੇ ਪਿੰਡ ਦਾ ਨਾਮ ਹੈ। ਆਪਣੀ ਕਿਸ਼ਤੀ ਦੇ ਵਿੱਚ, ਬੋਟ ਦੇ ਵਿੱਚ ਬਿਠਾ ਕੇ ਮਾਤਾ ਜੀ, ਦੋਨੋਂ ਸਾਹਿਬਜ਼ਾਦੇ ਤੇ ਉਸ ਵਕਤ ਨਾਲ ਇੱਕ ਖੱਚਰ ਹੈ ਤੇ ਨਾਲ ਇਹ ਜਿਹੜਾ ਗੰਗੂ ਹੈ, ਇਹਨਾਂ ਨੂੰ ਇਸ ਕਰੀਮ ਬਖਸ਼ ਨੇ ਦੂਸਰੇ ਕਿਨਾਰੇ ਦੇ ਉੱਤੇ ਪਹੁੰਚਾ ਦਿੱਤਾ। ਇਹ ਉਸ ਵਕਤ ਇੱਕ ਵੱਡਾ ਸਾਰਾ ਦਰਖਤ ਹੈ ਜਿੱਥੇ ਕਿ ਜਾ ਕੇ ਇਹ ਆਪਣੀ ਬੋਟ ਨੂੰ ਉੱਥੇ ਬੰਨ੍ਹਦਾ ਹੁੰਦਾ ਸੀ। ਇਤਿਹਾਸਕਾਰ ਲਿਖਦੇ ਹਨ ਕਿ ਉਹ ਜੰਡ ਦਾ ਦਰਖਤ, ਉਹ ਵੱਡਾ ਟਰੀ ਹਜੇ ਵੀ ਉਸ ਜਗ੍ਹਾ 'ਤੇ ਹੈ ਜਿੱਥੇ ਇਹ ਕਰੀਮ ਬਖਸ਼ ਆਪਣੀ ਜਾ ਕੇ ਨਾਵ ਨੂੰ, ਕਿਸ਼ਤੀ ਨੂੰ ਬੰਨ੍ਹਦਾ ਹੁੰਦਾ ਸੀ। ਉਸ ਤੋਂ ਅੱਗੇ ਮਾਤਾ ਜੀ ਤੇ ਇਹ ਗੰਗੂ ਤੇ ਦੋਨੋਂ ਸਾਹਿਬਜ਼ਾਦੇ ਅਗਲੇ ਸਫ਼ਰ ਨੂੰ ਪੈ ਜਾਂਦੇ ਨੇ ਤੇ ਇਹ ਕਰੀਮ ਬਖਸ਼ ਕਿੰਨਾ ਚਿਰ ਮਾਤਾ ਜੀ ਹੋਰਾਂ ਨੂੰ ਵੇਖਦਾ ਰਿਹਾ। ਗੁਰਬਾਣੀ ਦਾ ਜਿਵੇਂ ਇੱਕ ਸ਼ਬਦ ਆਉਂਦਾ ਹੈ, ਨਦੀਆਂ ਵਾਹ ਵਿਛੁਨੇ ਮੇਲਾ ਸੰਜੋਗੀ ਰਾਮ। ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਹੈ ਕਿ ਜਿਵੇਂ ਨਦੀਆਂ ਦੇ ਵਹਿ ਜਾਂਦੇ ਨੇ, ਭਾਵ ਜਿਹੜਾ ਪਾਣੀ ਅੱਜ ਨਦੀ ਵਿੱਚੋਂ ਕ੍ਰੋਸ ਕਰ ਗਿਆ ਦੁਬਾਰਾ ਉਹ ਨਹੀਂ ਮਿਲੇਗਾ। ਇਸੇ ਤਰੀਕੇ ਦੇ ਨਾਲ ਕਰੀਮ ਬਖਸ਼ ਮਾਤਾ ਜੀ ਔਰ ਬੱਚਿਆਂ ਨੂੰ ਵੇਖਦਾ ਪਿਆ ਕਿ ਇਹ ਮੇਰੇ ਧਨ ਭਾਗ ਸਨ ਜੋ ਮੇਰੇ ਗਰੀਬ ਦੇ ਘਰ ਇਹਨਾਂ ਦੇ ਚਰਨ ਪਏ, ਪਤਾ ਨਹੀਂ ਹੁਣ ਦੁਬਾਰਾ ਕਦੋਂ ਮੇਲ ਹੋਏਗਾ। ਉਹ ਨਜ਼ਰ ਮਾਤਾ ਜੀ ਔਰ ਬੱਚਿਆਂ ਤੇ ਪਈ ਔਰ ਜਦੋਂ ਅੱਖਾਂ ਤੋਂ ਓਹਲੇ ਹੋ ਗਏ, ਫਿਰ ਇਹ ਕਰੀਮ ਬਖਸ਼ ਆਪਣੀ ਅੱਖਾਂ ਨੂੰ ਪੂੰਝਦਾ ਹੋਇਆ, ਹੰਝੂਆਂ ਨਾਲ ਭਰੀਆਂ ਅੱਖਾਂ ਦੇ ਨਾਲ ਵਾਪਸ ਆਪਣੀ ਕੁਟੀਆ 'ਚ ਆ ਜਾਂਦਾ ਹੈ। ਤੇ ਉਹ ਲక్ష్ਮੀ ਜਿਹੜੀ ਹੈ ਬ੍ਰਾਹਮਣੀ, ਉਹ ਵੀ ਆਪਣੇ ਘਰ ਰੋਂਦੀ ਹੋਈ ਤੁਰ ਜਾਂਦੀ ਹੈ। ਇਹ ਕਹਿੰਦੀ ਪਈ ਹੈ, ਵਾਹ ਓਏ ਵਕਤ, ਤੂੰ ਕੀ ਇਹ ਕਹਿਰ ਕਮਾਇਆ ਹੈ। ਉਸ ਤੋਂ ਬਾਅਦ ਇਸ ਚੱਕ ਢੇਰਾ ਦੇ ਪੱਤਣ ਤੋਂ, ਇਸ ਕਿਨਾਰੇ ਤੋਂ ਅਗਾਂਹ ਜਦੋਂ ਜਾਂਦੇ ਨੇ, ਕਾਈਨੌਰ ਦਾ ਤਲਾਅ ਆਉਂਦਾ ਹੈ। ਸਾਧ ਸੰਗਤ ਜੀ, ਇਹ ਜਿਹੜਾ ਡਿਸਟੈਂਸ ਹੈ ਇਹ ਹੈ 27 ਕਿਲੋਮੀਟਰਸ ਦਾ। ਔਰ ਸੋਚੋ, ਬਿਰਧ ਸਰੀਰ, ਠੰਡ ਦੇ ਦਿਨ ਔਰ ਛੋਟੇ ਛੋਟੇ ਬੱਚੇ 27 ਕਿਲੋਮੀਟਰ ਪੈਦਲ ਗਏ ਉਸ ਪਾਸੇ ਨੂੰ। ਉਸ ਵਕਤ ਜਦੋਂ ਜਾਂਦੇ ਪਏ ਨੇ, ਗੰਗੂ ਦਾ ਮਨ ਜਿਹੜਾ ਬੇਈਮਾਨ ਹੋ ਗਿਆ। ਇਹ ਰੋਪੜ ਵਾਲੇ ਪਾਸੇ ਵੀ ਜਾ ਸਕਦਾ ਸੀ ਜੇ ਇਹ ਸਤਿਗੁਰੂ ਜੀ ਦੇ ਨਾਲ ਮਿਲਾਉਣਾ ਚਾਹੁੰਦਾ। ਮਾਤਾ ਜੀ ਇਹਨੂੰ ਕਹਿੰਦੇ ਨੇ, ਗੰਗੂ, ਇਹ ਜਿਹੜੇ ਛੋਟੇ ਬੱਚੇ ਨੇ ਨਾ, ਇਹਨਾਂ ਨੂੰ ਇਹਨਾਂ ਦੇ ਪਿਤਾ ਨਾਲ ਮਿਲਾ ਦੇ, ਤੇਰਾ ਬੜਾ ਵੱਡਾ ਪਰਉਪਕਾਰ ਹੋਏਗਾ। ਗੰਗੂ ਕਹਿੰਦਾ ਜਾਂਦਾ, ਮਾਤਾ ਜੀ ਮੇਰੇ ਹੁੰਦਿਆਂ ਫਿਕਰ ਨਾ ਕਰੋ,
ਮੈਂ ਜਿਸ ਤਰ੍ਹਾਂ ਮਰਜ਼ੀ ਕਰਾਂ ਇਹਨਾਂ ਸਾਹਿਬਜ਼ਾਦਿਆਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਜ਼ਰੂਰ ਮਿਲਵਾਵਾਂਗਾ। ਉਧਰ ਬੱਚਿਆਂ ਦੇ ਸਵਾਲ ਜਵਾਬ ਇੱਕ ਦੂਜੇ ਦੇ ਨਾਲ, ਦੋਨੋਂ ਬੱਚੇ ਆਪਣੇ ਇੱਕ ਦੂਜੇ ਨਾਲ ਗੱਲਾਂ ਕਰਦੇ ਜਾਂਦੇ ਨੇ। ਜਿਹੜਾ ਵੱਡਾ ਸਾਹਿਬਜ਼ਾਦਾ ਹੈ, 8 ਸਾਲ ਉਮਰ ਹੈ, ਉਹ ਛੋਟੇ ਨੂੰ ਕਹਿੰਦਾ ਪਿਆ, ਫਤਿਹ ਸਿੰਘ ਜੀ ਨੂੰ ਕਹਿ ਰਿਹਾ ਹੈ ਕਿ ਵੀਰ, ਜਦੋਂ ਆਪਾਂ ਘਰ ਚਲੇ ਜਾਵਾਂਗੇ ਨਾ, ਵੱਡੇ ਵੀਰ ਵੀ ਆ ਜਾਣਗੇ, ਪਿਤਾ ਜੀ ਵੀ ਆ ਜਾਣਗੇ, ਦੋਨੋਂ ਮਾਤਾਵਾਂ ਵੀ ਆ ਜਾਣਗੇ, ਆਪਾਂ ਰੁੱਸ ਜਾਣਾ ਉਹਨਾਂ ਦੇ ਨਾਲ, ਆਪਾਂ ਬੋਲਣਾ ਨਹੀਂ। ਉਹ ਬੁਲਾਉਣਗੇ ਤੇ ਆਪਾਂ ਮੂੰਹ ਦੂਜੇ ਪਾਸੇ ਕਰ ਲਵਾਂਗੇ, ਅਸੀਂ ਕਵਾਂਗੇ ਬੋਲਣਾ ਹੀ ਨਹੀਂ ਤੁਹਾਡੇ ਨਾਲ, ਤੁਸੀਂ ਕਿਉਂ ਛੱਡ ਕੇ ਤੁਰ ਗਏ। ਫਿਰ ਦੂਸਰਾ ਵੀਰ ਕਹਿਣ ਲੱਗਾ, ਹਾਂ ਜਦੋਂ ਉਹ ਜ਼ਿਆਦਾ ਕਰਨਗੇ ਨਾ ਤੇ ਫਿਰ ਆਪਾਂ ਮੰਨ ਵੀ ਜਾਵਾਂਗੇ ਔਰ ਆਪਾਂ ਉਹਨਾਂ ਨਾਲ ਪਿਆਰ ਦੀਆਂ ਗੱਲਾਂ ਕਰਾਂਗੇ। ਸਾਧ ਸੰਗਤ ਜੀਓ, ਇਹ ਆਪਸੀ ਗੱਲਬਾਤ ਸਾਹਿਬਜ਼ਾਦਿਆਂ ਦੀ ਸੁਣ ਕੇ ਮਾਤਾ ਗੁਜਰੀ ਜੀ ਦੇ ਨੇਤਰਾਂ 'ਚੋਂ ਹੰਝੂ ਵਹਿ ਤੁਰੇ। ਕੱਪੜੇ ਦੇ ਨਾਲ ਆਪਣੇ ਨੇਤਰਾਂ ਨੂੰ ਸਾਫ਼ ਕੀਤਾ ਤੇ ਬੱਚਿਆਂ ਨੂੰ ਕੁੱਟ ਕੇ ਆਪਣੇ ਸੀਨੇ ਨਾਲ ਲਾਇਆ, ਬੜਾ ਪਿਆਰ ਕੀਤਾ। ਔਰ ਉਸ ਵਕਤ ਉਹ ਕੀ ਸੋਚਦੇ ਹੋਣਗੇ, ਸ਼ਾਇਦ ਕੋਈ ਕਵੀ, ਕੋਈ ਵਕਤਾ, ਕੋਈ ਵਿਦਵਾਨ ਇਸ ਨੂੰ ਬਿਆਨ ਨਹੀਂ ਕਰ ਸਕਦਾ। ਇਸ ਤੋਂ ਅੱਗੇ ਚਲਦੇ ਚਲਦੇ 27 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਤੇ ਕਾਈਨੌਰ ਦਾ ਇੱਕ ਤਲਾਅ ਆਇਆ। ਇੱਕ ਤਲਾਬ ਹੈ, ਉਸ ਜਗ੍ਹਾ ਦੇ ਉੱਤੇ ਇੱਕ ਝਿੜੀ ਹੈ। ਝਿੜੀ ਦਾ ਮਤਲਬ ਬਹੁਤ ਸਾਰੇ ਸੰਘਣੇ ਦਰਖਤ। ਇਟ ਵਾਸ ਦਾ ਬਿਗੈਸਟ ਹੈਜ਼, ਇੱਕ ਵੱਡੀ ਵਾੜ, ਜਿਹਦੇ ਵਿੱਚ ਕੀ ਹੈ, ਮਾਤਾ ਜੀ ਔਰ ਦੋਨੋਂ ਸਾਹਿਬਜ਼ਾਦੇ ਉੱਥੇ ਬੈਠ ਜਾਂਦੇ ਨੇ। ਜੋ ਗਰਮ ਕੱਪੜਾ ਇਸ ਲక్ష్ਮੀ ਮਾਈ ਨੇ ਦਿੱਤਾ ਸੀ ਉਹ ਥੱਲੇ ਵਿਛਾ ਲਿਆ। ਨਿੱਘ ਮਿਲੀ, ਥਕਾਵਟ ਬਹੁਤ ਜ਼ਿਆਦਾ ਸੀ, ਇੱਕ ਲੰਬਾ ਸਫ਼ਰ ਤੈਅ ਕਰਕੇ ਆਏ ਸੀ। ਉੱਥੇ ਬੱਚਿਆਂ ਨੂੰ ਨੀਂਦ ਆ ਜਾਂਦੀ ਹੈ। ਇਹਦੇ ਨਾਲ ਹੀ ਜੋ ਗੰਗੂ ਦਾ ਇੱਕ ਪਿੰਡ ਸੀ, ਉਖੇੜੀ, ਪਰ ਐਡਾ ਪਾਪੀ, ਇਹਨੇ ਸੋਚਿਆ ਇੱਥੋਂ ਹੀ ਪੈਸਿਆਂ ਵਾਲੀ ਜੋ ਥੈਲੀ ਹੈ ਮਾਤਾ ਜੀ ਕੋਲੋਂ ਲੈ ਲਵਾਂ ਤੇ ਇੱਥੋਂ ਹੀ ਇਹਨਾਂ ਨੂੰ ਰਫਾ ਦਫਾ ਕਰ ਦੇਵਾਂ। ਤੇ ਕਹਿਣ ਲੱਗਾ, ਮਾਤਾ ਜੀ ਤੁਸੀਂ ਇੱਥੇ ਆਰਾਮ ਕਰੋ, ਮੈਂ ਵੇਖਦਾ ਇੱਥੋਂ ਕਿਸੇ ਪਿੰਡ ਦੇ ਵਿੱਚੋਂ ਜਾ ਕੇ ਕੁਛ ਖਾਣ ਨੂੰ ਲੈ ਆਵਾਂ। ਇੱਥੋਂ ਮਾਤਾ ਜੀ ਹੋਰੀ ਆਰਾਮ ਕਰਨ ਲੱਗ ਪੈਂਦੇ ਨੇ। ਬੱਚੇ ਤਾਂ ਦੋਨੋਂ ਸੋ ਗਏ, ਪਰ ਉਸ ਮਾਂ ਨੂੰ ਕਿੱਥੇ ਨੀਂਦ ਆਉਂਦੀ ਹੈ, ਜਿਹਦਾ ਸਾਰਾ ਵਸਿਆ ਵਸਾਇਆ ਪਰਿਵਾਰ ਉੱਜੜ ਗਿਆ। ਜਗਤ ਦਾ ਮਾਲਕ ਸ਼ਹਿਨਸ਼ਾਹ ਅਕਾਲ ਪੁਰਖ ਇੱਕ ਸੂਰਬੀਰ ਪੁੱਤਰ ਹੈ, ਜਿਹਦਾ ਔਰ ਮਾਤਾ ਨੂੰ ਪਤਾ ਹੀ ਨਹੀਂ ਉਹ ਕਿੱਥੇ ਹੈ। ਬੜੀ ਵੱਡੀ ਅਮਾਨਤ ਮਾਤਾ ਜੀ ਆਪਣੇ ਨਾਲ ਰੱਖੀ ਬੈਠੇ ਨੇ, ਉਹ ਚਿੰਤਾ ਹੈ। ਕਿਸੇ ਪਾਸੇ ਕੁਛ ਸਮਝ ਨਹੀਂ ਆਉਂਦਾ ਪਿਆ। ਤੇ ਉਸ ਵਕਤ ਗੰਗੂ ਆਪਣੇ ਪਿੰਡ ਗਿਆ, ਉਖੇੜੀ। ਉੱਥੋਂ ਜਾ ਕੇ ਜੋ ਵੀ ਇਹਨੇ ਥੋੜ੍ਹੇ ਬਹੁਤੇ ਪ੍ਰਸ਼ਾਦੇ ਆਦਿਕ ਲਿਆਇਆ, ਆ ਕੇ ਮਾਤਾ ਜੀ ਨੂੰ, ਬੱਚਿਆਂ ਨੂੰ ਛਕਾਏ। ਇਸੇ ਤਲਾਬ ਤੋਂ ਕਵੀ ਲਿਖਦੇ ਨੇ ਕਿ ਤਲਾਬ ਬੜਾ ਵਧੀਆ ਸਾਫ਼ ਸੀ, ਇੱਥੇ ਹੀ ਬੱਚਿਆਂ ਨੇ ਹੱਥ ਮੂੰਹ ਧੋਇਆ, ਪ੍ਰਸ਼ਾਦਾ ਛਕਿਆ, ਫਿਰ ਇੱਥੋਂ ਹੀ ਜਲ ਛਕ ਲਿਆ। ਹੁਣ ਗੰਗੂ ਕਹਿਣ ਲੱਗਾ ਕਿ ਇਸ ਤੋਂ ਅੱਗੇ ਆਪਾਂ ਫਿਰ ਜਾਵਾਂਗੇ, ਇੱਥੇ ਹੀ ਰਾਤ ਕੱਟ ਲਈਏ, ਕਿਉਂਕਿ ਇਹਦੇ ਅੰਦਰ ਕੀ ਗੱਲ ਚੱਲਦੀ ਪਈ ਸੀ, ਇੱਥੇ ਕੁਛ ਨਾ ਕੁਛ ਐਵੇਂ ਜਾ ਕਰੀਏ, ਸਫ਼ਰ ਵੱਡਾ ਕਰਕੇ ਆਏ ਨੇ, ਥੱਕ ਜਾਣਗੇ, ਸੋ ਜਾਣਗੇ, ਉਦੋਂ ਇਹਨਾਂ ਦੇ ਪੈਸੇ ਲੈ ਕੇ ਤੇ ਭੱਜ ਜਾਵਾਂਗੇ, ਮੁੜ ਕੇ ਆਪੇ ਇੱਥੇ ਭਟਕਦੇ ਫਿਰਨਗੇ। ਪਰ ਸਾਧ ਸੰਗਤ ਜੀਓ, ਵਿਧਾਤਾ ਨੂੰ ਜੋ ਮਨਜ਼ੂਰ ਹੁੰਦਾ ਹੋਏਗਾ ਉਹੀ। ਸਾਰੀ ਰਾਤ ਮਾਤਾ ਜੀ ਥੱਕੇ ਸਨ, ਬਿਰਧ ਸਰੀਰ ਸੀ, ਨੀਂਦ ਹੀ ਨਾ ਆਈ। ਜਦੋਂ ਵੀ ਇਹ ਗੰਗੂ ਵੇਖੇ, ਮਾਤਾ ਜੀ ਜਾਗਦੇ ਹੀ ਨਜ਼ਰ ਆਉਣ। ਦੋਨੋਂ ਬੱਚੇ ਮਾਤਾ ਜੀ ਦੇ ਨਾਲ ਲੱਗ ਕੇ ਸੋ ਗਏ, ਬੇਫਿਕਰ ਹੋ ਕੇ, ਨਿਸ਼ਚਿੰਤ ਹੋ ਕੇ ਸੋ ਗਏ। ਪਰ ਮਾਤਾ ਜੀ ਸੋ ਨਾ ਸਕੇ। ਅਖੀਰ ਅੰਮ੍ਰਿਤ ਵੇਲਾ ਹੋਇਆ। ਮਾਤਾ ਜੀ ਨੇ ਉਸ ਸਰੋਵਰ ਤੋਂ ਹੀ ਮੂੰਹ ਹੱਥ ਧੋਤਾ, ਆ ਕੇ ਬੱਚਿਆਂ ਦੇ ਕੋਲ ਬੈਠ ਕੇ ਤੇ ਉਸ ਪਰਮੇਸ਼ਵਰ ਦੀ ਯਾਦ ਵਿੱਚ ਜੁੜ ਗਏ। ਗੰਗੂ ਨੂੰ ਸਵੇਰੇ ਨੀਂਦ ਆ ਜਾਂਦੀ ਹੈ। ਜਦੋਂ ਦਿਨ ਪੂਰਾ ਚੜ੍ਹਿਆ, ਇੱਕੋ ਦਮ ਉੱਠਿਆ
ਮਨ ਵਿੱਚ ਸੋਚਿਆ, ਆਪਣੇ ਆਪ ਨੂੰ ਧਿਰਕਾਰ ਕਰਦਾ ਪਿਆ, ਬੁਰਾ ਬੋਲਦਾ ਪਿਆ ਹੈ ਕਿ ਰਾਤ ਤੂੰ ਆਪਣੇ ਘਰੋਂ ਬਾਹਰ ਵੀ ਕੱਟੀ ਤੇ ਮਾਤਾ ਜੀ ਦੇ ਕੋਲੋਂ ਪੈਸੇ ਵੀ ਨਾ ਚੁਰਾ ਸਕਿਆ। ਬੜਾ ਮਾੜਾ ਕੰਮ ਹੋਇਆ। ਸਾਧ ਸੰਗਤ ਜੀਓ, ਜੋ ਨਿਗੁਰਾ ਬੰਦਾ ਹੁੰਦਾ ਹੈ ਨਾ, ਉਹ ਕਦੀ ਵੀ ਕਿਸੇ ਦੀ ਗੱਲ ਨੂੰ ਨਹੀਂ ਸਮਝਦਾ। ਜਿਹੜਾ ਬੰਦਾ ਲੋਭੀ ਹੋਏਗਾ, ਲੋਭੀ ਕਾਵੇ ਸਾਹ ਨਾ ਕੀਜੈ। ਗੁਰੂ ਸਾਹਿਬ ਕਹਿੰਦੇ ਹਨ ਕਿ ਲੋਭੀ ਬੰਦਾ, ਗ੍ਰੀਡੀ ਪਰਸਨ ਜੋ ਹੈ, ਉਹਦਾ ਕਦੀ ਵੀ ਵਿਸ਼ਵਾਸ ਨਾ ਕਰੋ, ਉਹ ਕਿਸੇ ਦਾ ਵੀ ਚੰਗਾ ਸੋਚ ਹੀ ਨਹੀਂ ਸਕਦਾ। ਅਖੀਰ ਇਹਨੇ ਸੋਚਿਆ, ਪੈਸੇ ਮਾਤਾ ਜੀ ਦੇ ਕੋਲ ਨੇ, ਹੁਣ ਕਰੀਏ ਤੇ ਕਰੀਏ ਕੀ। ਉਸ ਵਕਤ ਸਾਧ ਸੰਗਤ ਜੀਓ, ਫਿਰ ਇਹਨੇ ਮਾਤਾ ਜੀ ਦੇ ਨਾਲ ਇਹ ਗੱਲ ਕੀਤੀ ਕਿ ਆਪਾਂ ਇਸ ਤਰ੍ਹਾਂ ਕਰਦੇ ਹਾਂ, ਮੇਰੇ ਘਰ ਨੂੰ ਚਲਦੇ ਹਾਂ। ਸਾਧ ਸੰਗਤ ਜੀਓ, ਉਸ ਵਕਤ ਅਗਲਾ ਦਿਨ ਚੜ੍ਹਿਆ ਹੈ 9 ਪੋਹ 23 ਦਸੰਬਰ। ਅਗਲਾ ਦਿਨ ਇਹ ਚੜ੍ਹਿਆ। ਹੁਣ ਇਹ ਜਿਹੜੀ ਤੀਸਰੀ 2 ਰਾਤਾਂ ਤੇ ਇੱਥੇ ਬੀਤ ਗਈਆਂ, ਭਾਵ ਪਹਿਲੀ ਰਾਤ ਉਸ ਵਕਤ ਉਸ ਕਰੀਮ ਬਖਸ਼ ਦੀ ਝੋਪੜੀ ਵਿੱਚ ਬਤੀਤ ਕੀਤੀ, ਦੂਸਰੀ ਰਾਤ ਇਸ ਕਾਈਨੌਰ ਦੇ ਤਲਾਬ ਦੇ ਉੱਤੇ ਬਤੀਤ ਕੀਤੀ। ਕਵੀ ਲਿਖਦੇ ਹਨ ਕਿ ਉਹ ਜਗ੍ਹਾ 'ਤੇ ਜਦੋਂ ਅਸੀਂ ਹੁਣ ਵੀ ਗਏ ਤੇ ਉੱਥੇ ਬਹੁਤ ਇੱਕ ਪੁਰਾਣਾ ਜਿਹਾ ਛੱਪੜ ਰੂਪ ਬਣਿਆ ਪਿਆ, ਜਿੱਥੇ ਕਿ ਥੋੜ੍ਹੇ ਕੁ ਸਟੈਪਸ ਨੇ ਛੋਟੀਆਂ ਇੱਟਾਂ ਦੇ। ਉੱਥੋਂ ਪਤਾ ਲੱਗਦਾ ਹੈ ਕਿ ਇੱਥੇ ਇੱਕ ਤਲਾਬ ਹੁੰਦਾ ਸੀ, ਜਿੱਥੇ ਮਾਤਾ ਜੀ ਨੇ ਔਰ ਬੱਚਿਆਂ ਨੇ ਰਾਤ ਕੱਟੀ। ਹੁਣ ਅਗਲਾ ਦਿਨ ਜਦੋਂ ਆਇਆ 9 ਪੋਹ 23 ਦਸੰਬਰ ਦਾ, ਉਸ ਵਕਤ ਇਹ ਗੰਗੂ ਮਾਤਾ ਜੀ ਨੂੰ, ਇਹਨਾਂ ਬੱਚਿਆਂ ਨੂੰ ਆਪਣੇ ਪਿੰਡ ਵੱਲ ਲੈ ਜਾਂਦਾ ਹੈ। ਕਹਿਣ ਲੱਗਾ ਕਿ ਹੁਣ ਮੇਰੇ ਪਿੰਡ ਵੱਲ ਚਲਦੇ ਹਾਂ। ਮਾਤਾ ਜੀ ਇਹਦੇ ਤੇ ਵਿਸ਼ਵਾਸ ਕਰਕੇ ਤੁਰਦੇ ਜਾਂਦੇ ਨੇ। ਮਾਤਾ ਜੀ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਬੰਦੇ ਦੇ ਅੰਦਰ, ਇਸ ਪਾਪੀ ਦੇ ਅੰਦਰ ਪਾਪ ਹੈ। ਉਸ ਵਕਤ ਜਦੋਂ ਪਿੰਡ ਦੇ ਵਿੱਚ ਐਂਟਰ ਵੀ ਨਹੀਂ ਹੋਏ, ਇੱਕ ਵੱਖਰਾ ਪਾਸਾ ਉਜਾੜ ਜਿਹਾ, ਜਿੱਥੇ ਕਿ ਬਹੁਤ ਜ਼ਿਆਦਾ ਵੱਡਾ ਘਾਹ ਕਾਈ ਆਦਿਕ ਸੀ, ਇੱਕ ਜਗ੍ਹਾ ਉੱਤੇ ਮਾਤਾ ਜੀ ਔਰ ਬੱਚਿਆਂ ਨੂੰ ਬਿਠਾ ਦਿੱਤਾ ਇਸ ਗੰਗੂ ਨੇ, ਔਰ ਕਹਿਣ ਲੱਗਾ, ਮਾਤਾ ਜੀ ਮੈਂ ਸੁਣਿਆ ਹੈ ਸਾਰੇ ਪਾਸੇ ਇੱਥੇ ਦੁਸ਼ਮਣ ਤੁਰਿਆ ਫਿਰਦਾ ਹੈ, ਫੈਲਿਆ ਹੈ, ਔਰ ਉਹ ਇਹ ਕਹਿੰਦੇ ਫਿਰਦੇ ਨੇ ਵੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਬਾਰੇ ਦੱਸੇਗਾ ਉਹਨੂੰ ਇਨਾਮ ਮਿਲੇਗਾ, ਤੇ ਜਿਹੜਾ ਇਸ ਪਰਿਵਾਰ ਨੂੰ ਆਪਣੇ ਘਰ ਰੱਖੇਗਾ ਜਾਂ ਮਦਦ ਕਰੇਗਾ, ਹੈਲਪ ਕਰੇਗਾ, ਉਸ ਨੂੰ ਮਾਰ ਦਿੱਤਾ ਜਾਏਗਾ। ਮਾਤਾ ਜੀ ਕਹਿਣ ਲੱਗੇ, ਠੀਕ ਹੈ ਵੀ ਗੰਗੂ, ਜੋ ਤੈਨੂੰ ਚੰਗਾ ਲੱਗਦਾ। ਮਾਤਾ ਜੀ ਔਰ ਬੱਚਿਆਂ ਨੂੰ ਉਸ ਜਗ੍ਹਾ ਤੇ ਬਿਠਾਇਆ। ਸਾਧ ਸੰਗਤ ਜੀਓ, ਸ਼ਾਮ ਤੱਕ ਨਾ ਵਾਪਸ ਪਰਤਿਆ। ਇਹ ਉਡੀਕਦਾ ਪਿਆ ਸੀ ਵੀ ਰਾਤ ਹੋਵੇ ਤੇ ਉਦੋਂ ਹੀ ਘਰ ਲਿਆਵਾਂ, ਪਹਿਲਾਂ ਲਿਆ ਕੇ ਕਰਨਾ ਕੀ ਹੈ, ਕਿਉਂਕਿ ਇਹ ਲੋਭੀ ਸੇਵਾ ਨਹੀਂ ਸੀ ਕਰ ਰਿਹਾ। ਇਹ ਵੇਖਦਾ ਪਿਆ ਸੀ ਕੋਈ ਐਸਾ ਚਾਂਸ ਮਿਲੇ ਜਦੋਂ ਇਹ ਮਾਇਆ ਨੂੰ ਮੈਂ ਚੋਰੀ ਕਰ ਲਵਾਂ। ਹੁਣ ਉਸ ਜਗ੍ਹਾ ਦੇ ਉੱਤੇ ਸਾਧ ਸੰਗਤ ਜੀ, ਮਾਤਾ ਜੀ ਹੋਰਾਂ ਨੇ ਵੇਖਿਆ, ਸਰਦੀ ਦੇ ਦਿਨ ਸਨ, ਠੰਡ ਵੀ ਲੱਗਦੀ ਸੀ, ਮਾਸੂਮ ਜੇ ਬੱਚੇ ਸਨ, ਬਿਰਧ ਮਾਤਾ ਜੀ ਸਨ। ਵੇਖਿਆ ਤੇ ਇੱਕ ਛੋਟਾ ਜਿਹਾ ਪਹਾੜ, ਇੱਕ ਟਿੱਬੀ ਟਾਈਪ, ਜਿਹਦੇ ਉੱਤੇ ਇੱਕ ਕੁਟੀਆ ਸੀ। ਉੱਥੇ ਇੱਕ ਫਕੀਰ ਰਹਿੰਦਾ ਸੀ, ਰੱਬ ਨਾਲ ਜੁੜਿਆ ਹੋਇਆ, ਭਜਨ ਬੰਦਗੀ ਕਰਨ ਵਾਲਾ। ਮਾਤਾ ਜੀ ਔਰ ਬੱਚੇ ਉਸ ਜਗ੍ਹਾ ਚਲੇ ਜਾਂਦੇ ਨੇ, ਜਾ ਕੇ ਉਸ ਕੁਟੀਆ ਦੇ ਅੰਦਰ ਬੈਠ ਜਾਂਦੇ ਨੇ। ਕੁਛ ਸਰਦੀ ਤੋਂ ਬਚਾਅ ਹੋਇਆ, ਥੋੜ੍ਹਾ ਨਿੱਘ ਮਿਲਿਆ। ਬੱਚੇ ਆਪਣੇ ਦਾਦੀ ਮਾਂ ਵੱਲ ਵੇਖਦੇ ਨੇ, ਉਹ ਮਾਂ ਆਪਣੇ ਪੋਤਰਿਆਂ ਵੱਲ ਵੇਖਦੀ ਆ ਵੀ ਬੱਚੇ ਹੋਏ ਕਿਹੜੇ ਸਮੇਂ ਆ ਗਏ। ਔਰ ਸਾਧ ਸੰਗਤ ਜੀ, ਜਿਨ੍ਹਾਂ ਨੂੰ ਆਪਣਾ ਸਮਝਿਆ, ਜਿਨ੍ਹਾਂ ਦੀ ਪੂਰੀ ਧਿਆਨ ਕੀਤਾ, ਜਿਨ੍ਹਾਂ ਦੀ ਖਾਤਰਦਾਰੀ ਕਦੀ ਕੀਤੀ, ਹਰੇਕ ਚੀਜ਼ ਜਿਨ੍ਹਾਂ ਨੂੰ ਦਿੱਤੀ, ਅੱਜ ਉਹ ਲੋਕ ਦੁਸ਼ਮਣ ਹੋ ਗਏ, ਮਾਇਆ ਵੱਡੀ ਹੋ ਗਈ, ਗੁਰੂ ਕੇ ਪਰਿਵਾਰ ਨੂੰ ਕੁਛ ਨਹੀਂ ਜਾਣਿਆ। ਉਹ ਫਕੀਰ ਵਾਪਸ ਜਦੋਂ ਆਉਂਦਾ ਹੈ, ਆਪਣੀ ਕੁਟੀਆ ਵਿੱਚ ਵੇਖਦਾ ਹੈ ਕੋਈ ਰੱਬੀ ਰੂਹਾਂ ਬੈਠੀਆਂ ਨੇ। ਉਹਨੇ ਵੇਖਿਆ ਕੋਈ ਡਿਵਾਈਨ ਸੋਲਸ ਨੇ ਅੰਦਰ। ਸਾਧ ਸੰਗਤ ਜੀਓ, ਉਹਨੇ ਪੁੱਛਿਆ, ਤੁਸੀਂ ਕੌਣ ਹੋ?
ਉਸ ਵਕਤ ਫਿਰ ਉਹਨੇ ਪੁੱਛਿਆ ਵੀ ਇੱਥੇ ਕਿਉਂ ਬੈਠੇ ਹੋ? ਤੇ ਮਾਤਾ ਜੀ ਨੇ ਉਸ ਵਕਤ ਇਹੀ ਗੱਲ ਕਹੀ, ਬਸ ਪਤਾ ਨਹੀਂ ਐਵੇਂ ਹੀ ਬੈਠੇ ਆ। ਭਾਵ ਕਿ ਪਤਾ ਹੀ ਨਹੀਂ ਸੀ ਕਿੱਥੇ ਜਾਣਾ ਹੈ, ਕੀ ਕਰਨਾ ਹੈ। ਸਾਧ ਸੰਗਤ ਜੀਓ, ਸਮਾਂ ਪਾ ਕੇ ਉਸ ਜਗ੍ਹਾ ਉੱਤੇ ਗੁਰਦੁਆਰਾ ਸਾਹਿਬ ਬਣਿਆ ਜਿਹਦਾ ਨਾਮ ਐਮਾ ਸਾਹਿਬ ਹੈ। ਭਾਵ ਉਸ ਸ਼ਬਦ ਤੋਂ ਹੀ ਅੱਗੇ ਇੱਕ ਗੁਰਦੁਆਰਾ ਵੀ ਬਣ ਗਿਆ, ਉਹੀ ਸ਼ਬਦ ਉਸ ਗੁਰਦੁਆਰਾ ਸਾਹਿਬ ਦਾ ਨਾਮ ਰੱਖਿਆ ਗਿਆ। ਸੋ ਖੈਰ, ਸ਼ਾਮ ਹੋਈ, ਗੰਗੂ ਨੇ ਆਸਾ ਪਾਸਾ ਵੇਖਿਆ ਵੀ ਗੱਲ ਬਣ ਗਈ, ਹੁਣ ਮੈਂ ਜਾ ਕੇ ਲਿਆ ਸਕਦਾ ਉਹਨਾਂ ਨੂੰ। ਆਇਆ ਤੇ ਵੇਖਿਆ, ਮਾਤਾ ਜੀ ਨੂੰ ਕਹਿਣ ਲੱਗਾ, ਤੁਹਾਨੂੰ ਮੈਂ ਉੱਥੇ ਬਿਠਾਇਆ, ਮੈਂ ਬੜੀ ਮੁਸ਼ਕਲ ਲੱਭਿਆ, ਤੁਸੀਂ ਇੱਥੇ ਆ ਗਏ। ਤੇ ਮਾਤਾ ਜੀ ਕਹਿਣ ਲੱਗੇ, ਉਹ ਗੰਗਿਆ, ਬੱਚੇ ਮਾਸੂਮ ਨੇ, ਠੰਡ ਲੱਗਦੀ ਹੈ। ਉੱਥੇ ਠੰਡੀ ਹਵਾ ਚਲਦੀ ਪਈ ਸੀ, ਵਿਚਾਰੇ ਠਰਦੇ ਹੋਏ ਮੇਰੇ ਨਾਲ ਲੱਗਦੇ ਪਏ ਸੀ, ਇਹਨਾਂ ਨੂੰ ਇੱਥੇ ਲੈ ਕੇ ਬੈਠੀ ਤੇ ਕੁਝ ਹੌਸਲਾ ਮਿਲਿਆ। ਅਖੀਰ ਗੰਗੂ ਆਪਣੇ ਘਰ ਲੈ ਜਾਂਦਾ ਹੈ ਮਾਤਾ ਜੀ ਹੋਰਾਂ ਨੂੰ। ਸਾਧ ਸੰਗਤ ਜੀਓ, ਜਾ ਕੇ ਮਾਤਾ ਜੀ ਨੇ ਇਸ਼ਨਾਨ ਕੀਤਾ, ਬੱਚਿਆਂ ਦਾ ਇਸ਼ਨਾਨ ਕਰਵਾਇਆ, ਔਰ ਆਪਣੇ ਕੋਲ ਜੋ ਇੱਕ ਪੋਟਲੀ ਸੀ ਜਿਹਦੇ ਵਿੱਚ ਕੱਪੜੇ ਰੱਖੇ ਸੀ। ਸਾਧ ਸੰਗਤ ਜੀ, ਜਦੋਂ ਅਨੰਦਪੁਰ ਸਾਹਿਬ ਤਿਆਗਿਆ ਸੀ, ਅੱਜ ਆ ਕੇ ਬੜੇ ਲੰਬੇ ਸਮੇਂ ਬਾਅਦ ਬੱਚਿਆਂ ਨੇ ਔਰ ਮਾਤਾ ਜੀ ਨੇ ਬਸਤਰ ਬਦਲੇ। ਜਿਹੜੇ ਇੱਕ ਦਿਨ ਦੇ ਵਿੱਚ ਕਈ ਬਸਤਰ ਬਦਲਦੇ ਸੀ, ਧਿਆਨ ਰੱਖਦੇ ਸੀ, ਅੱਜ ਸਮੇਂ ਦਾ ਹਾਲ ਵੇਖੋ, ਕਈ ਦਿਨਾਂ ਬਾਅਦ ਅੱਜ ਬਸਤਰ ਬਦਲੇ। ਭੁੱਖ ਲੱਗੀ ਸੀ ਬੱਚਿਆਂ ਨੂੰ। ਹੁਣ ਜਿਹੜਾ ਗੰਗੂ ਹੈ, ਉਹਨੇ ਪ੍ਰਸ਼ਾਦਾ ਲਿਆ ਕੇ ਜਦੋਂ ਮਾਤਾ ਜੀ ਦੇ ਅੱਗੇ ਰੱਖਿਆ, ਤੇ ਇਤਿਹਾਸ ਦੱਸਦਾ ਹੈ ਸਾਧ ਸੰਗਤ ਜੀਓ, ਕੋਈ ਐਡਾ ਵਧੀਆ ਨਹੀਂ ਸੀ ਦਿੱਤਾ, ਬਹੁਤ ਹੀ, ਹੁਣ ਸ਼ਬਦ ਕੀ ਵਰਤਾਂ ਮੈਂ ਕਿ ਕਿਸ ਤਰੀਕੇ ਦਾ ਉਹ ਪ੍ਰਸ਼ਾਦਾ ਸੀ। ਮਾਤਾ ਜੀ ਨੇ ਕਿਹਾ, ਉਹ ਗੰਗੂ, ਤੈਨੂੰ ਪਤਾ ਹੈ ਬੱਚੇ ਇਹ ਪ੍ਰਸ਼ਾਦਾ ਨਹੀਂ ਛਕਣਗੇ, ਇੱਦਾਂ ਦਾ ਪ੍ਰਸ਼ਾਦਾ ਤੇ ਗੁਰੂ ਕੇ ਦਾਸਾਂ ਨੂੰ ਵੀ ਨਹੀਂ ਸੀ ਮਿਲਦਾ, ਵਧੀਆ ਮਿਲਦਾ ਸੀ ਸ਼੍ਰੀ ਅਨੰਦਪੁਰ ਸਾਹਿਬ। ਤੇ ਉਸ ਵਕਤ ਗੰਗੂ ਕਹਿਣ ਲੱਗਾ, ਜੋ ਹੈ ਸੀ ਮੈਂ ਦੇ ਦਿੱਤਾ ਹੈ, ਹੁਣ ਇਸ ਤੋਂ ਵੱਧ ਕੇ ਮੈਂ ਕੁਛ ਨਹੀਂ ਕਰ ਸਕਦਾ। ਸਾਧ ਸੰਗਤ ਜੀਓ, ਮਾਤਾ ਜੀ ਨੇ ਕੁਛ ਪੈਸੇ ਦਿੱਤੇ ਤੇ ਕਿਹਾ, ਬਾਹਰ ਜਾ, ਕੁਛ ਹੋਰ ਹੈ ਤੇ ਲੈ ਆ। ਹੁਣ ਉਹ ਗਿਆ ਤੇ 2 ਕਿਲੋ ਪਤਾਸੇ ਲੈ ਕੇ ਆਇਆ। ਗੁਰੂ ਕੇ ਲਾਲਾ ਨੇ, ਸਤਿਗੁਰੂ ਕੀ ਮਾਤਾ ਨੇ ਉਹ ਪਤਾਸਿਆਂ ਨੂੰ ਥੋੜਾ ਖਾ ਕੇ ਤੇ ਪਾਣੀ ਪੀ ਲਿਆ। ਕਿੰਨਾ ਕੁ ਆਧਾਰ ਹੋਇਆ ਹੋਏਗਾ, ਕਿੰਨੇ ਕੁ ਵਿਚਾਰੇ ਰੱਜੇ ਹੋਣਗੇ। ਰਾਤ ਪੈ ਗਈ। ਇਹ ਹੁਣ 9 ਪੋਹ 23 ਦਸੰਬਰ ਦੀ ਰਾਤ ਹੈ, ਤੀਜੀ ਰਾਤ ਜੋ ਉਸ ਗੰਗੂ ਦੇ ਪਿੰਡ ਉਖੇੜੀ ਦੇ ਵਿੱਚ ਬੀਤੀ ਹੈ। ਬੱਚੇ ਸੋ ਜਾਂਦੇ ਨੇ, ਮਾਤਾ ਜੀ ਨੂੰ ਨੀਂਦ ਹੀ ਨਹੀਂ ਆਉਂਦੀ। ਸਾਧ ਸੰਗਤ ਜੀ, ਜਿਹਦਾ ਸਾਰਾ ਕੁਛ ਹੀ ਉਜੜ ਗਿਆ ਹੋਵੇ, ਨੀਂਦ ਉਹਦੇ ਕਿੱਥੇ ਨੇੜੇ ਲੱਗਦੀ ਹੈ। ਗੰਗੂ ਨਾਲ ਹੀ ਇੱਕ ਪਾਸੇ ਬਿਸਤਰ ਕੀਤਾ ਤੇ ਉੱਥੇ ਸੁੱਤਾ ਹੈ। ਇਹਦਾ ਧਿਆਨ ਹੀ ਇੱਧਰ ਹੈ ਕਿ ਜਦੋਂ ਮਾਤਾ ਜੀ ਸੋ ਜਾਣ, ਬਸ ਇਹ ਪੈਸਿਆਂ ਦੀ ਪੋਟਲੀ ਚੁੱਕਾਂ ਤੇ ਰਾਹੇ ਪਵਾਂ। ਜਦੋਂ ਵੇਖਦਾ ਹੈ ਮਾਤਾ ਜੀ ਜਾਗਦੇ ਨੇ, ਇਹਨੂੰ ਰਾਤ ਨੂੰ ਭੁਲੇਖਾ ਪਿਆ ਕਿ ਜਿਵੇਂ ਮਾਤਾ ਜੀ ਸੋ ਗਏ ਨੇ। ਪੋਟਲੀ ਚੁੱਕੀ ਤੇ ਬਾਹਰ ਭੱਜ ਗਿਆ। ਬਾਹਰ ਜਾ ਕੇ ਇੱਕ ਵੱਖਰੀ ਜਗ੍ਹਾ ਵੇਖ ਕੇ ਉੱਥੇ ਦਬਾ ਦਿੰਦਾ ਹੈ ਧਰਤੀ ਦੇ ਵਿੱਚ। ਹੁਣ ਮਾਤਾ ਜੀ, ਸਾਧ ਸੰਗਤ ਜੀ, ਜਾਗਦੇ ਸੀ, ਉਹਨਾਂ ਨੇ ਵੇਖ ਤੇ ਲਿਆ, ਪਰ ਖੈਰ ਚੁੱਪ ਕਰ ਗਏ। ਦਿਨ ਚੜ੍ਹਦਾ ਹੈ। ਉਸ ਵਕਤ ਇਹ ਮੈਂ ਗੱਲ ਕਰਦਾ, ਜਦੋਂ ਦਿਨ ਚੜ੍ਹਿਆ ਉਸ ਵਕਤ ਮਾਤਾ ਜੀ ਨੇ ਆਵਾਜ਼ ਮਾਰੀ, ਉਹ ਗੰਗੂ ਗੱਲ ਸੁਣ। ਹਾਂਜੀ ਮਾਤਾ ਜੀ, ਹੁਕਮ ਕਰੋ। ਉਹ ਗੰਗਿਆ, ਧਨ ਵਾਲੀ ਪੋਟਲੀ ਨਹੀਂ ਲੱਭਦੀ ਪਈ। ਅੱਗੋਂ ਬੋਲਿਆ, ਕਹਿਣ ਲੱਗਾ, ਜੀ ਬੜੇ ਇੱਥੇ ਚੋਰ ਤੁਰੇ ਫਿਰਦੇ ਨੇ, ਤੁਹਾਨੂੰ ਤੇ ਮੈਂ ਪਹਿਲਾਂ ਹੀ ਕਹਿੰਦਾ ਸੀ ਕਿ ਇਹਨੂੰ ਸੰਭਾਲ ਕੇ ਰੱਖਿਓ। ਮਾਤਾ ਜੀ ਨੇ ਵੇਖ ਤਾਂ ਲਿਆ ਸੀ। ਮਾਤਾ ਜੀ ਕਹਿਣ ਲੱਗੇ, ਗੰਗੂ ਜੇ ਤੂੰ ਸੰਭਾਲੀ ਏ ਤੇ ਕੋਈ ਗੱਲ ਨਹੀਂ, ਮੈਂ ਵੀ ਤਾਂ ਸੰਭਾਲ ਕੇ ਹੀ ਰੱਖਣਾ ਸੀ। ਇਸ ਬੁਰੇ ਵਕਤ ਤੋਂ ਜਦੋਂ ਨਿਕਲ ਗਏ, ਧਨ ਦੀ ਕਿਹੜੀ ਗੱਲ ਹੈ, ਬਹੁਤ ਸਾਰਾ ਆ ਜਾਏਗਾ। ਗੰਗੂ ਬੜਾ ਗੁੱਸੇ ਦੇ ਵਿੱਚ ਫਿਰ ਲੜਨ ਲੱਗ ਪਿਆ। ਕਹਿਣ ਲੱਗਾ, ਮੇਰੇ ਤੇ ਇਲਜ਼ਾਮ ਲਾਉਂਦੇ ਹੋ, ਮੈਂ ਤੁਹਾਡੀ ਹੈਲਪ ਕੀਤੀ ਹੈ, ਮਦਦ ਕੀਤੀ ਹੈ, ਐਵੇਂ ਜੇ ਸਮੇਂ ਵਿੱਚ ਤੁਹਾਨੂੰ ਰਾਤ ਆਪਣੇ ਘਰ ਰੱਖਿਆ, ਮੇਰੇ ਤੇ ਇਲਜ਼ਾਮ।
ਮਾਤਾ ਜੀ ਕਹਿਣ ਲੱਗੇ ਰੌਲਾ ਨਾ ਪਾ, ਕੋਈ ਸੁਣ ਲਏਗਾ। ਸੋ ਇੱਥੋਂ ਸਾਧ ਸੰਗਤ ਜੀ ਇਹ 9 ਪੋਹ ਹੈ। ਆਓ ਇੱਕ ਵਾਰ ਫਿਰ ਉਸ ਕੱਚੀ ਗੜੀ ਵੱਲ ਚੱਲਦੇ ਹਾਂ। ਉੱਥੇ ਜਿਹੜੇ ਸ਼ਹੀਦ ਧਰਤੀ ਦੇ ਉੱਤੇ ਡਿੱਗੇ ਫਿਰਦੇ ਨੇ, ਹੁਣ ਉਸ ਵਕਤ ਬੀਬੀ ਸ਼ਰਨ ਕੌਰ, ਜਿਹਦਾ ਪਿੰਡ ਰਾਏਪੁਰ ਦੱਸਿਆ ਜਾਂਦਾ ਹੈ, ਜੋ ਕਿ 2 ਕਿਲੋਮੀਟਰ ਦੂਰ ਸੀ ਇਸ ਕੱਚੀ ਗੜੀ ਤੋਂ, ਇਹਨੂੰ ਪਤਾ ਲੱਗਿਆ ਕਿਉਂਕਿ ਗੁਰੂ ਸਾਹਿਬ ਇਹਦੇ ਪਿੰਡ ਦੇ ਵਿੱਚੋਂ ਹੀ ਲੰਘ ਕੇ ਆਏ ਸਨ। ਇਹਨੇ ਉਹ ਦਰਸ਼ਨ ਕੀਤਾ ਸੀ ਸਾਹਿਬਾਂ ਦਾ, ਪ੍ਰਭਾਵਿਤ ਸੀ। ਇਹਨੂੰ ਪਤਾ ਲੱਗਿਆ ਕਿ ਗੁਰੂ ਕੇ ਲਾਲ, ਗੁਰੂ ਕੇ ਸਿੱਖ ਸ਼ਹੀਦ ਨੇ ਤੇ ਬੇਅਦਬੀ ਹੁੰਦੀ ਪਈ ਉਹਨਾਂ ਦੇ ਸਰੀਰਾਂ ਦੀ। ਇਹ ਫਿਰ ਆਉਂਦੀ ਹੈ, ਕੁੱਪ ਹਨੇਰਾ ਹੈ, ਕੁਛ ਨਹੀਂ ਵਿਖਦਾ, ਬਸ ਹੱਥ ਲਾ ਕੇ ਵੇਖਦੀ ਹੈ, ਕੜਾ ਪਾਇਆ ਕਿਸੇ ਨੇ, ਕੇਸ ਨੇ, ਤੇ ਉਹਨਾਂ ਨੂੰ ਚੁੱਕ ਚੁੱਕ ਇੱਕ ਪਾਸੇ ਇਕੱਠਾ ਕਰਦੀ ਜਾਂਦੀ ਹੈ। ਅਖੀਰ ਅੰਦਾਜ਼ਾ ਕੋਈ ਲੱਗਾ ਇਸ ਨੂੰ ਤੇ ਦਿਨ ਚੜ੍ਹਨ ਵਾਲਾ ਹੋ ਗਿਆ। ਇੱਧਰ ਮਾਤਾ ਗੁਜਰੀ ਜੀ ਇਸ ਗੰਗੂ ਦੇ ਘਰ ਨੇ, ਉੱਧਰ ਉਹ ਗੁਰੂ ਕੀ ਧੀ, ਉਹ ਗੁਰੂ ਪਾਤਸ਼ਾਹ ਦੀ ਬੜੇ ਹੀ ਸਬਰ ਸਿਦਕ ਵਾਲੀ ਸਿੱਖ, ਉਹਨਾਂ ਸਿੱਖਾਂ ਨੂੰ ਇਕੱਠਾ ਕਰਕੇ ਫਿਰ ਘਾਹ ਆਦਿਕ ਹੋਰ ਲੱਕੜਾਂ ਇਕੱਠੀਆਂ ਕਰਕੇ ਇਹਨੇ ਅੱਗ ਲਾਈ। ਤੇ ਉਸ ਮੈਦਾਨ ਦੇ ਵਿੱਚ ਦੁਸ਼ਮਣ ਜਿਹੜੇ ਆਪਣੇ ਸੈਨਿਕਾਂ ਨੂੰ ਧਰਤੀ 'ਚ ਦਫਨਾਉਂਦੇ ਪਏ ਸੀ, ਉਹਨਾਂ ਨੇ ਵੇਖਿਆ ਇੱਧਰ ਕਿਸ ਚੀਜ਼ ਦਾ ਚਾਨਣ ਹੋ ਗਿਆ ਹੈ। ਆ ਕੇ ਵੇਖਿਆ, ਉਸ ਬੀਬੀ ਨੂੰ ਪੁੱਛਿਆ, ਕੌਣ ਹੈ ਤੂੰ? ਉਸ ਵਕਤ ਬਿਲਕੁਲ ਨਾ ਡਰੀ, ਉਹ ਕਹਿਣ ਲੱਗੀ, ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਧੀ ਹਾਂ, ਇਹਨਾਂ ਸ਼ਹੀਦਾਂ ਦਾ ਸੰਸਕਾਰ ਕਰਨ ਆਈ ਹਾਂ। ਸਾਧ ਸੰਗਤ ਜੀਓ, ਉਸ ਵਕਤ ਇਹਨਾਂ ਨੇ ਇਸ ਨੂੰ ਮਾਰ ਕੇ ਜ਼ਖਮੀ ਕਰਕੇ ਉਸੇ ਤਰੀਕੇ ਦੇ ਨਾਲ ਇਸ ਚਿਖਾ ਦੇ ਵਿੱਚ ਸੁੱਟ ਦਿੱਤਾ। ਤੇ ਨਾਲ ਦੀ ਨਾਲ ਜਦੋਂ ਅੱਧੀ ਕੁ ਸੜ ਗਈ ਤੇ ਬੁਝਾ ਵੀ ਦਿੱਤੀ ਚਿਖਾ ਵੀ, ਇੱਦਾਂ ਇਹਨਾਂ ਨੂੰ ਰਹਿਣ ਦਿਓ, ਸਿੱਖਾਂ ਦੇ ਸਰੀਰਾਂ ਦੀ ਬੇਅਦਬੀ ਹੋਏਗੀ ਤੇ ਕੋਈ ਹਿੰਮਤ ਨਹੀਂ ਕਰੇਗਾ ਸਿੱਖ ਬਣਨ ਨੂੰ। ਸਾਧ ਸੰਗਤ ਜੀ, ਅਸੀਂ ਕਿੱਡੇ ਭਾਗਾਂ ਵਾਲੇ ਹਾਂ। We are lucky because we are Sikh. We should proud ourselves. ਸਾਨੂੰ ਆਪਣੇ ਆਪ ਤੇ ਮਾਣ ਕਰਨਾ ਚਾਹੀਦਾ। ਸਾਧ ਸੰਗਤ ਜੀ, ਸਾਡੇ ਰੋਲ ਮਾਡਲ ਉਹ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਉਸ ਕੱਚੀ ਗੜੀ ਦੇ ਵਿੱਚ ਸ਼ਹੀਦੀ ਪਾਈ। ਸਾਡੇ ਰੋਲ ਮਾਡਲ ਉਹ ਹੋਣੇ ਚਾਹੀਦੇ ਨੇ, ਇੱਕ ਪਾਸੇ 40 ਸਿੱਖ, ਧਿਆਨ ਦਿਓ, ਓਨਲੀ 46, ਇੱਕ ਪਾਸੇ 40 ਔਰ ਇੱਕ ਪਾਸੇ 10 ਲੱਖ। ਕੋਈ ਮੈਚ ਹੈ ਇਸ ਦਾ? ਕਿਸੇ ਵੀ ਤਰੀਕੇ ਆਪਾਂ ਇਸ ਨੂੰ ਐਕਸਪਲੇਨ ਕਰ ਸਕਦੇ ਹਾਂ ਕਿ ਇਹ ਚੀਜ਼ ਕੀ ਸੀ? ਸਾਧ ਸੰਗਤ ਜੀ, ਸਾਡੇ ਰੋਲ ਮਾਡਲ ਉਹ ਹੋਣੇ ਚਾਹੀਦੇ ਨੇ। ਸਾਡੇ ਰੋਲ ਮਾਡਲ ਹੋਣੇ ਚਾਹੀਦੇ ਨੇ ਸਾਹਿਬਜ਼ਾਦਾ ਅਜੀਤ ਸਿੰਘ ਵਰਗੇ, ਜਿਨ੍ਹਾਂ ਦੇ ਅੱਗੇ ਪਿੱਛੇ ਸਿੱਖ ਤੁਰੇ ਫਿਰਦੇ ਸੀ। ਇੱਕ ਵਾਰ ਹੁਕਮ ਕਰਦੇ ਕਿ ਤੁਸੀਂ ਲੜੋ, ਅਸੀਂ ਨਹੀਂ ਲੜਨਾ, ਪਰ ਉਹ ਲੜੇ। ਸਾਡੇ ਰੋਲ ਮਾਡਲ ਹੋਣੇ ਚਾਹੀਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਸਾਰਾ ਕੁਝ ਲੁਟਾ ਦਿੱਤਾ। ਸੋ ਖੈਰ, ਇਹ ਬੀਬੀ ਵੀ ਉੱਥੇ ਚੜ੍ਹਾਈ ਕਰ ਗਈ, ਸ਼ਹੀਦੀ ਪ੍ਰਾਪਤ ਕੀਤੀ। ਉਸ ਤੋਂ ਬਾਅਦ ਭਾਈ ਰਾਮਾ ਜੀ ਤੇ ਭਾਈ ਤਲੋਕਾ ਜੀ, ਜੋ ਰਾਮਪੁਰਾ ਫੂਲ ਦੇ ਦੱਸੇ ਜਾਂਦੇ ਨੇ, ਇਹ ਇਸ ਪਾਸੇ ਜਦੋਂ ਆਏ ਚਮਕੌਰ ਸਾਹਿਬ ਵੱਲ, ਪਤਾ ਲੱਗਿਆ ਗੁਰੂ ਜੀ ਇੱਧਰ ਆਏ ਸਨ, ਸਿੱਖ ਸ਼ਹੀਦ ਹੋ ਗਏ ਨੇ, ਸੰਸਕਾਰ ਨਹੀਂ ਕੋਈ ਕਰਦਾ ਪਿਆ। ਇਹਨਾਂ ਨੇ ਆਪਣੇ ਵਾਲ ਖਿਲਾਰੇ, ਮਿੱਟੀ ਆਦਿਕ ਲਾ ਲਈ ਸਿਰ ਨੂੰ, ਹੱਥਾਂ ਪੈਰਾਂ ਨੂੰ, ਸਰੀਰ ਨੂੰ, ਕੱਪੜੇ ਪਾੜ ਲਏ ਕਿ ਲੋਕਾਂ ਨੂੰ ਲੱਗੇ ਪਾਗਲ ਨੇ, ਤੁਰੇ ਫਿਰਦੇ ਨੇ ਸਾਰੇ ਪਾਸੇ। ਕਿਸੇ ਨੇ ਧਿਆਨ ਨਾ ਦਿੱਤਾ ਵੀ ਪਾਗਲ ਨੇ। ਉਸ ਵਕਤ ਰਾਤ ਪਈ ਤੇ ਫਿਰ ਸਿੱਧਾ ਉਸ ਰਣ ਭੂਮੀ 'ਚ ਗਏ। ਉੱਥੇ ਜਾ ਕੇ ਫਿਰ ਸਾਧ ਸੰਗਤ ਜੀ ਵੇਖਿਆ, ਸਿੱਖਾਂ ਨੂੰ ਕਿਸੇ ਤਰੀਕੇ ਇਕੱਠਾ ਕੀਤਾ ਤੇ ਉਸ ਚਿਖਾ ਵਿੱਚ ਵੇਖਿਆ ਇੱਕੋ ਬੀਬੀ ਵੀ ਚੜ੍ਹਾਈ ਕੀਤੀ ਹੈ, ਸ਼ਹੀਦੀ ਪ੍ਰਾਪਤ ਕੀਤੀ। ਸਮਝ ਗਏ। ਅਖੀਰ ਇਕੱਠਾ ਕਰਕੇ ਫਿਰ ਇਸ ਚਿਖਾ ਨੂੰ ਅਗਨ ਭੇਟ ਕੀਤੀ, ਗੁਰੂ ਕੇ ਨਾਮ ਦੀ ਅਰਦਾਸ ਕੀਤੀ। ਫਿਰ ਦੁਬਾਰਾ ਜਦੋਂ ਉਹ ਵੈਰੀ ਆਏ ਤੇ ਇਤਿਹਾਸਕਾਰ ਕਹਿੰਦਾ ਇਹ ਆਪਸ ਵਿੱਚ ਇੱਕ ਦੂਜੇ ਦੇ ਸਿਰ 'ਚ ਮਿੱਟੀ ਪਾਉਣ ਲੱਗ ਪਏ, ਰੋਲਾ ਪਾਉਣ ਲੱਗੇ। ਉਹਨਾਂ ਨੇ ਸਮਝਿਆ ਪਾਗਲ ਨੇ, ਉਹ ਵਾਪਸ ਚਲੇ ਗਏ। ਅਗਲੇ ਦਿਨ ਫਿਰ ਇਹ ਉਸੇ ਤਰੀਕੇ ਨਾਲ ਭਾਈ ਰਾਮਾ ਤੇ ਤਲੋਕਾ ਆ ਕੇ ਸਿੱਖਾਂ ਦੀ ਅਸਤੀਆਂ ਜੋ ਫੁੱਲ ਨੇ ਉਹਨਾਂ ਨੂੰ
ਇਸੇ ਤਰੀਕੇ ਨਾਲ ਇੱਕ ਘੜੇ ਵੱਡੇ 'ਚ ਪਾ ਕੇ ਤੇ ਦਫਨ ਕਰ ਦਿੱਤਾ। ਇੱਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਇਸ ਪਾਸੇ ਪਹੁੰਚ ਜਾਂਦੇ ਨੇ। ਰਾਮਪੁਰਾ ਫੂਲ ਦੇ ਨੇੜੇ ਹੀ ਪੈ ਜਾਂਦਾ ਹੈ। ਭਾਈ ਰਾਮਾ ਤੇ ਤਿਲੋਕਾ ਉਸ ਵਕਤ ਸਾਧ ਸੰਗਤ ਜੀਓ ਕੀ ਹੁੰਦਾ ਹੈ, ਭਾਈ ਰਾਮਾ ਤੇ ਤਿਲੋਕਾ ਉਸ ਵਕਤ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜਦੋਂ ਪਹੁੰਚੇ ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਇਹਨਾਂ ਨੂੰ ਦਰਸ਼ਨ ਦਿੱਤੇ, ਕਿਰਪਾ ਹੋਈ। ਕਿਸੇ ਨੇ ਫਿਰ ਦੱਸਿਆ ਗਰੀਬ ਨਵਾਜ਼ ਪਾਤਸ਼ਾਹ ਇਹਨਾਂ ਨੇ ਉਹ ਸਿੱਖਾਂ ਦਾ ਸੰਸਕਾਰ ਕੀਤਾ। ਗੁਰੂ ਜੀ ਨੇ ਬੜੀ ਖੁਸ਼ੀ ਦਿੱਤੀ ਤੇ ਇਹਨਾਂ ਨੇ ਭਾਈ ਰਾਮੇ ਤੇ ਤਿਲੋਕੇ ਨੇ ਇਹ ਵੀ ਗੱਲ ਕਹੀ ਕਿ ਸੱਚੇ ਪਾਤਸ਼ਾਹ ਸਾਹਿਬਜ਼ਾਦਿਆਂ ਦੇ ਵੀ ਦਰਸ਼ਨ ਹੋਏ ਸੀ, ਅਸੀਂ ਉਹਨਾਂ ਦਾ ਵੀ ਸੰਸਕਾਰ ਕਰ ਆਏ, ਸੋ ਖੈਰ ਅਰਜ਼ ਕਰਾਂ। ਇੱਧਰ ਇਹ ਸਿੱਖਾਂ ਵਾਲੀ ਸਾਰੀ ਘਟਨਾ ਵਾਪਰੀ, ਗੁਰੂ ਨੇ ਖੁਸ਼ੀ ਦਿੱਤੀ। ਆਓ ਵਾਪਸ ਇਸ ਗੰਗੂ ਉਖੇੜੀ ਦੇ ਪਿੰਡ ਵੱਲ। ਹੁਣ ਇੱਥੇ ਜਦੋਂ ਸਵੇਰੇ ਰੌਲਾ ਪੈ ਗਿਆ, ਮਾਤਾ ਜੀ ਕਹਿੰਦੇ ਨੇ ਉਹ ਗੰਗਿਆ ਰੌਲਾ ਨਾ ਪਾ, ਸਾਰੇ ਪਾਸੇ ਵੈਰੀ ਤੁਰੇ ਫਿਰਦੇ ਨੇ। ਪਿੰਡ ਦੇ ਵਿੱਚ ਸਾਰੇ ਇਕੱਠੇ ਹੋ ਗਏ, ਆ ਕੇ ਮਾਈਆਂ ਵੇਖਦੀਆਂ ਨੇ ਇਹ ਕੌਣ ਨੇ, ਵੇਖਣ ਨੂੰ ਰਾਜੇ ਮਹਾਰਾਜਿਆਂ ਵਰਗੇ ਲੱਗਦੇ ਨੇ। ਇਸ ਗੰਗੂ ਨੇ ਪਿੰਡ ਦੇ ਵੱਡਾ ਜੋ ਚੌਧਰੀ ਹੈ ਉਹਨੂੰ ਦੱਸਿਆ। ਉਸ ਚੌਧਰੀ ਨੇ ਜਾ ਆਪਣੇ ਪਹਿਰੇ ਲਵਾ ਦਿੱਤੇ ਵੀ ਇਹ ਭੱਜ ਨਾ ਜਾਣ ਇੱਥੋਂ। ਜਾ ਕੇ ਫਿਰ ਉਸ ਕੋਤਵਾਲੀ ਦੇ ਵਿੱਚ ਪੁਲਿਸ ਸਟੇਸ਼ਨ ਵਿੱਚ ਜਾ ਕੇ ਰਿਪੋਰਟ ਦਿੱਤੀ ਗਈ ਕਿ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਦੋਨੋਂ ਪੁੱਤਰ ਇਸ ਵਕਤ ਇਸ ਉਖੇੜੀ ਪਿੰਡ ਵਿੱਚ ਨੇ। ਉਸ ਵਕਤ ਦੋ ਪੁਲਿਸਮੈਨ ਜਾਨੀ ਖਾਂ ਤੇ ਮਾਨੀ ਖਾਂ ਉੱਥੇ ਪਹੁੰਚਦੇ ਨੇ। ਆ ਕੇ ਪੁੱਛਿਆ ਕੌਣ ਹੋ ਤੁਸੀਂ? ਧੰਨ ਹਨ ਗੁਰੂ ਗੋਬਿੰਦ ਸਿੰਘ ਦੇ ਲਾਲ, ਧੰਨ ਮਾਤਾ ਗੁਜਰੀ ਜੀ, ਜਿਨ੍ਹਾਂ ਨੇ ਡਰੇ ਨਹੀਂ ਔਰ ਦੱਸਿਆ ਆਪਣੇ ਬਾਰੇ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਆ। ਤੇ ਉਹਨਾਂ ਪੁੱਤਰਾਂ ਨੇ ਬੱਚਿਆਂ ਨੇ ਦੱਸਿਆ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਪੁੱਤਰ ਹਾਂ। ਅਖੀਰ ਇਹਨਾਂ ਨੂੰ ਉੱਥੋਂ ਫਿਰ ਕੈਦ ਕੀਤਾ ਗਿਆ। ਸਾਧ ਸੰਗਤ ਜੀਓ ਉਸ ਵਕਤ ਕਿਵੇਂ ਇਹਨਾਂ ਨੂੰ ਲੈ ਕੇ ਜਾਇਆ ਜਾਂਦਾ, ਕੀ ਹਾਲਾਤ ਨੇ, ਇਸ ਤੋਂ ਅੱਗੇ ਫਿਰ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਾਂਗਾ। ਹੋਈਆਂ ਭੁੱਲਾਂ ਦੀ ਮੁਆਫੀ ਦੇਣਾ ਸਾਰੇ। ਆਓ ਸਤਿਗੁਰੂ ਜੀ ਨੂੰ ਯਾਦ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਸਤਿ ਸ੍ਰੀ ਅਕਾਲ।